ਉਹ ਰਾਮ ਨਹੀਂ ਸੀ, ਪਰ ਉਸ ਨੂੰ ਬਨਵਾਸ ਮਿਲ ਗਿਆ। ਪਿਤਾ ਨੇ ਉਸ ਨੂੰ ਰੱਜ ਕੇ ਨਫ਼ਰਤ ਕੀਤੀ ਤੇ ਉਸ ਨੇ ਪਿਤਾ ਨੂੰ ਭਰੇ ਘਰ ਨੂੰ ਛੱਡ ਕੇ ਉਹ ਜੋਗੀ ਹੋ ਗਿਆ ਤੇ ਫਿਰ ਜੋਗ ਛੱਡ ਕੇ ਉਹ ਸ਼ਹਿਰ ਆ ਗਿਆ। ਪੱਥਰਾਂ 'ਚ ਰਹਿ ਕੇ ਉਸ ਨੇ ਪ੍ਰੇਮ ਕਰਨਾ ਸਿੱਖਿਆ, ਜਿਸ ਨੂੰ ਬੰਦਿਆਂ 'ਚ ਰਹਿ ਕੇ ਉਹ ਭੁੱਲ ਗਿਆ ਸੀ। ਕੁਦਰਤ ਦਾ ਕ੍ਰਿਸ਼ਮਾ ਕਹਿ ਲਓ ਕਿ ਉਸ ਜਿਸ ਨੂੰ ਵੀ ਨਫ਼ਰਤ ਕੀਤੀ ਉਹ ਉਸ ਨੂੰ ਧਾ ਕੇ ਮਿਲਿਆ ਤੇ ਜਿਸ ਨੂੰ ਪਿਆਰ ਕੀਤਾ ਉਹ ਹੱਥਾਂ 'ਚੋਂ ਗਿਰ ਗਿਆ। ਉਹ ਇਕੱਲਾ ਰਹਿ ਗਿਆ ਬੰਦਾ, ਆਪਣੇ ਅੰਦਰਲੇ ਬੰਦਿਆਂ ਦੀਆਂ ਗੱਲਾਂ ਕਰਦਿਆਂ ਆਪਣੀ ਇਕੱਲਤਾ ਨੂੰ ਮਾਣਦਾ ਹੈ। ਕਦੇ ਆਪਣੀਆਂ ਕਿਤਾਬਾਂ, ਐਨਕਾਂ ਤੇ ਧੂੜ ਨਾਲ ਗੱਲਾਂ ਕਰਦਾ ਹੈ ਤੇ ਕਦੇ ਅੱਖਾਂ ਬੰਦ ਕਰਕੇ ਆਪਣੇ ਆਪ ਨਾਲ। ਮੈਂ ਗੱਲ ਪ੍ਰੇਮ ਪ੍ਰਕਾਸ਼ ਦੀ ਕਰ ਰਿਹਾ। ਉਹ ਮੈਂ ਤਾਂ ਔਖਾ ਹੈ ਬਹੁਤ। ਕਾਹਤੋਂ? ਮੈਂ ਤਾਂ ਕਈ ਵਾਰ ਕਹਿੰਦਾ, ਮੈਂ ਕਿਹਾ ਸਭ ਤੋਂ ਜ਼ਿੰਦਗੀ ਦੀ ਨਾ ਆਈਸੋਲੇਸ਼ਨ ਸਭ ਤੋਂ ਵੱਡੀ ਮੈਨੂੰ ਹੁਣ ਹੋਈ ਹੈ। ਇੱਕ ਤਾਂ ਮੇਰੇ ਹਾਣ ਦੇ ਬੰਦੇ ਨਹੀਂ ਰਹੇ, ਮੇਰੇ ਹਾਣ ਦੇ ਸੌਰੀ ਚਲੇ ਗਏ। ਅੱਛਾ, ਕੁਛ ਬਚੇ ਹੋਏ ਨੇ ਜਿਹੜੇ ਜਿਉਂਦੇ ਨੇ, ਉਹਨਾਂ ਦੇ ਮੁੰਡੇ ਲੈ ਗਏ ਨੇ ਵੀ ਬੁੜੇ ਇੱਥੇ ਤੇਰੇ ਕੋਲ ਤਾਂ ਰਹਿ ਨਹੀਂ ਹੋਣਾ, ਸਾਡੇ ਨਾਲੇ ਵਗ ਜਾ। ਜਿੱਥੇ ਨੌਕਰੀਆਂ ਕਰਦੇ ਨੇ ਉੱਥੇ ਉਹ ਬੁੜੇ ਚਲੇ ਗਏ। ਇੱਥੇ ਮੇਰੇ ਹਾਣ ਦਾ ਮੇਰਾ ਯਾਰ ਕੋਈ ਰਹੇ ਹੀ ਨਹੀਂ ਹੈ। ਮੈਂ ਤਾਂ ਕਰਕੇ ਔਖਾ ਹੋਇਆ ਹੋਗਾ। ਅੱਛਾ, ਫਿਰ ਇੱਕ ਮੇਰੀ ਹੋਰ ਕੋਈ ਬਹੁਤੀ ਹੁਣ ਕਹਾਣੀ ਲਿਖਣੀ ਮੈਂ 6-7 ਸਾਲ ਹੋ ਗਏ ਛੱਡੀ ਨੂੰ, ਹੁਣ ਨਹੀਂ ਕਹਾਣੀ ਲਿਖਦਾ। ਹੁਣ ਮੈਂ ਐਵੇਂ ਜਿਵੇਂ ਮੈਨੂੰ ਕਹੀਏ ਨਾ, ਐਵੇਂ ਮਖੌਲਬਾਜ਼ੀ 'ਚ ਮੈਂ ਕਦੇ ਲਤੀਫਿਆਂ ਵਰਗੀਆਂ ਕਹਾਣੀਆਂ ਲਿਖਦਾ, ਕਦੇ ਕਿਸੇ ਕਦੇ ਲਿਆ, ਕਦੇ ਕੁਛ ਲਿਖਦਾ, ਜਾਂ ਆਰਟੀਕਲ ਲਿਖ ਦਿੰਦਾ ਹੈ। ਉਹ ਆਰਟੀਕਲਾਂ 'ਚ ਅੱਛੇ ਲੱਗਦੇ ਨੇ ਮੈਨੂੰ ਲਿਖਣੇ। ਬਹੁਤ ਇਹੋ ਜਿਹੇ ਆਰਟੀਕਲ ਜਿਹੜੇ ਸਾਹਿਤ ਨਾਲ ਨਹੀਂ ਜੁੜਦੇ ਹਨ, ਸਾਹਿਤ ਤੋਂ ਬਿਨਾਂ ਸਮਾਜ ਬਾਰੇ, ਗੱਲਾਂ ਬਾਰੇ, ਮਨ ਦੀਆਂ ਗੱਲਾਂ ਬਾਰੇ, ਲੋਕਾਂ ਦੇ ਵਿਹਾਰ ਬਾਰੇ। ਹੁਣ ਜਿਸ ਤਰ੍ਹਾਂ ਪੰਜਾਬੀ, ਮੈਂ ਇੱਕ ਆਰਟੀਕਲ ਲਿਖ ਰਿਹਾ ਸੀ ਹੁਣ ਵੀ ਪੰਜਾਬੀ ਸੰਸਕ੍ਰਿਤੀ, ਪੰਜਾਬੀ ਮਨ ਦੀ ਆਪਣੀ ਸੰਸਕ੍ਰਿਤੀ ਹੈ, ਪੰਜਾਬੀ ਇਲਾਕੇ ਦੀ ਆਪਣੀ ਸੰਸਕ੍ਰਿਤੀ ਹੈ। ਅਸੀਂ ਮਹਾਭਾਰਤ ਦੇ ਵੇਲੇ ਤੋਂ ਅਸੀਂ ਉਹ ਵਾਰਸ ਹਾਂ, ਪਹਿਲਾਂ ਉਹਦੇ ਇੱਥੇ ਹੀ ਮਹਾਭਾਰਤ ਹੋਇਆ। ਮੇਰਾ ਮਤਲਬ ਬਹੁਤ ਸਾਰੀਆਂ ਇਹੀ ਚੀਜ਼ਾਂ ਨੇ ਜਿਹਨਾਂ 'ਚ ਮੈਂ ਕੁਛ ਨਾ ਕੁਛ ਲਿਖਦਾ ਰਹਿੰਦਾ, ਇੰਜੋਏ ਕਰਦਾ ਮੈਂ। ਐਸਾ ਮੇਰਾ ਵਕਤ ਸੋਹਣਾ ਟੱਪ ਜਾਂਦਾ। ਅੱਛਾ, ਤੁਹਾਡੇ ਬਾਰੇ ਇੱਕ ਗੱਲ ਚੱਲੀ ਹੁਣ, ਇੱਕ ਕੁਛ ਲੋਕਾਂ ਨੇ ਵੀ ਕਹਿਣਾ ਵਾ ਵੀ ਤੁਸੀਂ ਪੁਰਾਣੇ ਆਰਟੀਕਲ ਜਿਹੜੇ ਉਹ ਨਵੇਂ ਹੈਡਿੰਗ ਪਾ ਕੇ ਤੇ ਛਪਾਈ ਜਾਂਦੇ, ਜੇ ਹੈਗੀ ਇੱਦਾਂ ਦੀ ਗੱਲ? ਹਾਂ, 1-2 ਆਰਟੀਕਲ ਹੈ ਜੋ ਸੀਗੇ ਬਹੁਤ ਪੁਰਾਣੇ ਜਿਹੜੇ ਲਿਖੇ ਸੀਗੇ, ਛਪੇ ਨਹੀਂ ਸੀ ਉਹ। ਅੱਛਾ। ਫਿਰ ਮੈਂ ਉਹਨਾਂ ਨੂੰ ਕੀਤਾ, ਮੈਂ ਕਿਹਾ ਇਹ ਪਏ ਨੇ ਕਾਹਦੇ? ਅੱਛਾ, ਜਿਸ ਵੇਲੇ ਕੋਈ ਚੀਜ਼ ਪੁਰਾਣੀ ਹੋ ਜਾਂਦੀ ਨਾ, ਮੈਂ ਉਹਨੂੰ ਐਕਸੈਪਟ ਨਹੀਂ ਕਰਦਾ ਉਸ ਤਰ੍ਹਾਂ। ਫਿਰ ਮੈਂ ਕਹਿੰਦਾ ਮੇਰੀ ਅਮੈਂਡਮੈਂਟ ਹੋਣੀ ਚਾਹੀਦੀ ਹੈ, ਫਿਰ ਮੈਂ ਉਹਨੂੰ ਅਮੈਂਡਮੈਂਟ ਕਰ ਦਿੰਦਾ। ਬਹੁਤ ਕੁਝ ਬਦਲ ਜਾਂਦਾ। ਉਦੋਂ ਹੋਰ ਤਰ੍ਹਾਂ ਲੱਗਦਾ ਜਦੋਂ ਲਿਖਿਆ ਹੁੰਦਾ, ਹੁਣ ਵਧੀਆ ਲੱਗਣ ਲੱਗ ਪੈਂਦਾ। ਈਵਨ ਜੇ ਤੁਸੀਂ 1 ਮਹੀਨਾ ਬਾਅਦ ਵੀ ਦੇਖੋ ਤਾਂ ਵੀ ਤੁਹਾਨੂੰ ਲੱਗਦਾ ਯਾਰ ਇਹ ਕੁਛ ਹੋਰ ਪਾ ਦੀ ਇਹਦੇ 'ਚ। ਸਹੀ ਹੈ, ਅਸੀਂ ਇਸ ਤਰ੍ਹਾਂ ਬਦਲਦੇ ਰਹਿੰਦੇ ਹਾਂ। ਮੈਂ ਕਹਿੰਦਾ ਹੁੰਦਾ ਵੀ ਆਦਮੀ ਹੈ ਜਿਹੜਾ ਨਾ, ਉਹ ਸਿਰਫ ਆਪਣਾ 20% ਬਾਹਰ ਹੁੰਦਾ ਹੈ, 80% ਅੰਦਰ ਹੁੰਦਾ ਲੁਕਿਆ ਹੋਇਆ। ਉਹ ਜਿਹੜਾ ਲੁਕਿਆ ਹੋਇਆ ਨਾ, ਉਹਦੇ ਵਿੱਚ ਬੜਾ ਕੁਛ ਪਿਆ। ਅੱਛਾ, ਉਹ ਚੋਂ ਕੁਛ ਨਾ ਕੁਛ ਨਿਕਲੀ ਜਾਂਦਾ ਹੈ। ਉਹ ਜਿਹੜਾ ਤੁਸੀਂ ਕਹਿੰਦੇ ਬੰਦੇ ਅੰਦਰ ਬੰਦਾ, ਉਹ ਤਾਂ ਕਈ ਬੰਦੇ ਨੇ। ਮੈਂ ਇੱਕ ਨਹੀਂ ਕਹਿੰਦਾ, ਮੇਰਾ ਕਈ ਬੰਦੇ ਨੇ। ਉਹ ਲਾਗੇ ਮੈਂ ਕਿਹਾ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਫਿਰ ਮੈਂ ਉਹਨਾਂ ਚੋਂ ਕੁਛ ਨਾ ਕੁਛ ਵਰਤ ਲੈਂਦਾ, ਕੁਛ ਹੋਰ ਕਰ ਲੈਂਦਾ। ਫਿਰ ਤਜਰਬੇ। ਹੁਣ ਮੈਂ ਇੱਕ ਇੱਥੇ ਐਸੇ ਬੈਠਾ ਕਦੇ ਕਰਦਾ, ਮੈਂ ਕਿਹਾ ਯਾਰ ਬੜੀਆਂ ਨਵੀਆਂ ਗੱਲਾਂ ਨੇ ਪਰ ਅਸੀਂ ਦੱਸ ਨਹੀਂ ਸਕਦੇ, ਕਹਿ ਹੀ ਨਹੀਂ ਸਕਦੇ। ਇੱਕ ਮੇਰੀ ਉਮਰ ਇੰਨੀ ਹੋ ਗਈ ਹੈ। ਕਿੰਨੀ ਉਮਰ ਹੋ ਗਈ ਤੁਹਾਡੀ? ਮੈਂ 88 ਸਾਲ ਦਾ ਹੋ ਗਿਆ। ਅੱਛਾ, ਬਹੁਤ ਵਧੀਆ। ਅੱਛਾ, ਹੁਣ ਇੰਨੀ ਉਮਰ ਦਾ ਮੈਂ ਹੱਸਦਾ ਹੁੰਦਾ, ਮੈਂ ਕਿਹਾ ਮੇਰੇ ਹਾਣ ਦੇ ਤਾਂ ਹੁਣ ਦਰਖਤ ਵੀ ਨਹੀਂ ਰਹੇ। ਫਿਰ ਵੀ ਕੁਛ ਨਾ ਕੁਛ ਸਵਾਦ ਆਪਣੇ ਵਾਸਤੇ ਲਿਖਦਾ ਰਹਿੰਦਾ, ਮੈਂ ਕੰਮ ਕਰਦਾ। ਨਹੀਂ, ਮੈਂ ਸੈਰ ਕਰਦਾ 2 ਵੇਲੇ, ਤੇ ਮੈਂ ਮੇਰੇ ਅੰਦਰ ਬੜੀ ਡਿਜ਼ਾਇਰਸ ਨੇ ਜ਼ਿੰਦਗੀ ਜਿਉਣ ਦੀਆਂ, ਹਰ ਕਿਸਮ ਦੀਆਂ, ਯਾਨੀ ਸੈਕਸੁਅਲ ਡਿਜ਼ਾਇਰ ਵੀ। ਅੱਛਾ। ਯਸ, ਮੇਰਾ ਮਤਲਬ ਐਵੇਂ ਅਸੀਂ ਮੰਨ ਲੈਂਦੇ ਹਾਂ ਵੀ ਲੋਕੀ ਇਸ ਉਮਰ ਜਾ ਕੇ ਇਹੋ ਜਿਹੇ ਹੋ ਜਾਂਦੇ ਨੇ, ਆਦਮੀ ਬਿਲਕੁਲ ਕਮਲੇ ਹੋ ਜਾਂਦੇ ਆ, ਉਹਨਾਂ ਕੋਲ ਕੁਛ ਨਹੀਂ, ਕੋਈ ਡਿਜ਼ਾਇਰ ਨਹੀਂ ਰਹਿੰਦੀ ਹੈ। ਆਦਮੀ ਦੇ ਮਰਨ ਤੱਕ ਡਿਜ਼ਾਇਰ ਰਹਿੰਦੀ ਹੈ, ਆਦਮੀ ਸੈਕਸੁਅਲ ਡਿਜ਼ਾਇਰ। ਯਸ, ਇਹ ਤਾਂ ਲੋਕ ਭੁੱਲ, ਯਾਨੀ ਲੋਕ ਸੰਗਦੇ ਨਹੀਂ ਦੱਸਦੇ। ਅੰਦਰ ਸਾਰਾ ਕੁਛ ਹੁੰਦਾ, ਅੰਦਰ ਸਭ ਕੁਛ ਹੁੰਦਾ, ਲੁਕਿਆ ਹੋਇਆ ਭਾਈ। ਤੁਸੀਂ ਹਿਡਨ, ਤੁਸੀਂ ਕਿਉਂ ਲੁਕਾਉਂਦੇ ਹੋ?
ਹਾਂ ਸਮਾਜ ਦਾ ਡਰ ਹੈ, ਧੀਆਂ ਪੁੱਤਾਂ ਦਾ, ਨੂੰਹਾਂ ਨੇ। ਹੁਣ ਇੰਨੀਆਂ ਮੇਰੇ ਤਾਂ ਅੱਗੇ ਧੀਆਂ ਦੋਤੀਆਂ ਵਿਆਹੀਆਂ ਗਈਆਂ ਨੇ। ਉਹ ਮੈਨੂੰ ਤਾਂ ਵੀ ਮੈਂ ਕਹਿੰਦਾ ਠੀਕ ਹੈ, ਮੈਂ ਜਿਹੜਾ ਲਿਖਣਾ ਦੱਸਣਾ ਦੱਸਣਾ, ਮੈਂ ਥੋੜ੍ਹਾ ਨਿਡਰ ਹੋ ਜਾਂਦਾ। ਬਾਕੀ ਤਾਂ ਫਿਰ ਉਹਦਾ ਤਾਂ ਹੁੰਦਾ ਹੀ ਆ ਕੁਛ ਨਾ ਕੁਛ। ਮੇਰੇ ਮਨ ਦੇ ਵਿੱਚ ਇਹੀ ਗੱਲ ਸੀ ਉਸ ਵੇਲੇ। ਮੈਂ ਕਹਿੰਦਾ ਸੀਗਾ ਵੀ ਨਾ ਬੰਦਾ ਜਿਹੜਾ ਨਾ ਉਹਦੇ 'ਚ ਇੱਕ ਬੰਦਾ ਨਹੀਂ ਹੈ, ਉਹ 'ਚ ਕਈ ਬੰਦੇ ਨੇ। ਮੈਂ ਉਸ ਵੇਲੇ ਮੈਂ ਪਿੰਡੋਂ ਇਹ ਸ਼ੁਰੂ ਚ ਲਿਖੀ ਸੀ। ਮੈਂ ਪਿੰਡੋਂ ਖੇਤੀ ਕਰਦਾ ਆਇਆ ਸੀ 4 ਸਾਲ। ਖੇਤੀ ਕਰਕੇ ਫਿਰ ਮੈਂ ਜਲੰਧਰ ਆਇਆ। ਜਦ ਇੱਥੇ ਆ ਕੇ ਮੈਂ ਮਾਸਟਰ ਲੱਗਿਆ ਰਿਹਾ 9 ਸਾਲ। ਉਹਨਾਂ ਦਿਨਾਂ ਦੇ ਵਿੱਚ ਸੀਗੀ ਅਸੀਂ ਟੀਚਰ ਸੀਗੇ। ਮੈਂ ਫਿਰ ਪ੍ਰਾਇਮਰੀ ਸਕੂਲ ਟੀਚਰ ਸੀ। ਫਿਰ ਸਾਨੂੰ ਆਪਣੇ ਆਪ ਨੂੰ ਨਾ ਰੱਖਣਾ ਪੈਂਦਾ ਸੀ ਬੱਚਿਆਂ ਦੇ ਸਾਹਮਣੇ। ਮੈਂ ਕੀ ਇੱਕ ਇਮੇਜ ਬਣਾਉਣਾ ਪੈਂਦਾ ਸੀ ਸਕੂਲ ਦੇ, ਪਿੰਡ ਦੇ ਨਿਆਣਿਆਂ ਵਾਸਤੇ, ਪਿੰਡ ਦੀਆਂ ਤੀਵੀਆਂ ਜਨਾਨੀਆਂ ਵਾਸਤੇ, ਆਦੀਆਂ ਵਾਸਤੇ ਵੀ ਭਾਈ ਅਸੀਂ ਕਹੀਏ ਹਾਂ, ਅਸੀਂ ਬੜਾ ਕੁਛ। ਫਿਰ ਅੰਦਰ ਸਾਡੇ ਕੁਛ ਹੋਰ ਹੁੰਦਾ। ਅੱਛਾ ਫਿਰ ਅੰਦਰ ਕਿੰਨਾ ਕੁਛ ਲੁਕਿਆ ਹੋਇਆ ਪਿਆ ਕੁਝ। ਅੱਛਾ ਇੱਕ ਮੇਰੇ ਅੰਦਰ ਨਾ ਇੱਕ ਖਾਸ ਕਿਸਮ ਦੀ ਹੋ ਰਹੀਆਂ ਟਕਰਾਵਾਂ। ਜਿਸ ਤਰ੍ਹਾਂ ਇੱਕ ਬੰਦਾ ਹੈ ਮੇਰੇ ਅੰਦਰ ਨਾ, ਉਹ ਬਹੁਤ ਖਾਂਦੇ ਪੀਂਦੇ ਕਰਦਾ, ਬਹੁਤ ਅਮੀਰ ਆਦਮੀਆਂ ਦਾ ਬੱਚਾ। ਉਹ ਛੋਟੀ ਉਮਰ 'ਚ ਹੈ। ਉਹ ਛੋਟੀ ਉਮਰ ਦਾ ਬੱਚਾ ਮੇਰੇ ਨਾਲ ਹੀ ਨਾਲ ਰਹਿੰਦਾ ਹੈ। ਉਹ ਮੈਨੂੰ ਤਗੜਾ ਰੱਖਦਾ। ਅੱਛਾ ਮੈਂ ਇਸ ਤਰ੍ਹਾਂ ਕਹਿੰਦਾ, ਮੈਂ ਕਿਹਾ ਜਿਹੜੇ ਗਰੀਬਾਂ ਦੇ ਬੱਚੇ ਪੈਦਾ ਹੁੰਦੇ ਨੇ ਨਾ, ਉਹਨਾਂ 'ਚ ਗਰੀਬੀ ਦਾ ਕੰਪਲੈਕਸ ਨਾ ਸਾਰੀ ਉਮਰ ਰਹਿੰਦਾ, ਚਾਹੇ ਕਿੰਨਾ ਹੀ ਅਮੀਰ ਹੋ ਜਾਏ। ਮੈਂ ਚਾਹੇ ਨੰਗ ਵੀ ਫਿਰਾਂ, ਮੈਂ ਤਾਂ ਵੀ ਅਮੀਰ ਹੁੰਦਾ। ਇਹ ਮੇਰੇ 'ਚ। ਅੱਛਾ ਫਿਰ ਇਸ ਤਰ੍ਹਾਂ ਮੈਂ ਫਿਰ ਖੇਤੀ ਕੀਤੀ। ਉਹ ਖੇਤੀ ਕਰਨ ਦਾ ਆਪਣਾ ਸਵਾਦ ਸੀਗਾ ਅਤੇ ਆਪਣੀਆਂ ਤਕਲੀਫਾਂ ਸੀਗੀਆਂ, ਪਰ ਮੈਂ ਥੋੜ੍ਹਾ ਜਿਹਾ ਬੇਈਮਾਨ ਸੀ, ਮੈਂ ਕਮਜ਼ੋਰ ਸੀ। ਅਤੇ ਮੇਰੇ ਬਾਪ ਨੇ ਕਹਿਣਾ ਜਿਸਲੇ ਕੰਮ ਕਰਨੇ, ਅਤੇ ਮੈਂ ਉਹਨੂੰ ਪਤਾ ਵੀ ਇਹ ਕੰਮ ਛੱਡਿਆ ਆ। ਫਿਰ ਉਹਨੇ ਕਹਿਣਾ ਇਹ ਜ਼ਮੀਨ ਕਿਹਦੀ ਹੁੰਦੀ ਹੈ? ਕਾਸ਼ਤਕਾਰ ਦੀ ਨਾ? ਮੈਂ ਕਿਹਾ ਹਾਂਜੀ। ਹੁਣ ਤੂੰ ਤਾਂ ਖੇਤੀ ਨਹੀਂ ਕਰਦਾ? ਮੈਂ ਕਿਹਾ ਨਹੀਂ। ਫਿਰ ਇਹ ਜ਼ਮੀਨ ਤੇਰੀ ਤਾਂ ਨਹੀਂ ਹੈ? ਸਾਡੇ ਕੋਲ ਕੋਈ ਤਕਰੀਬਨ 64-66 ਕਿੱਲੇ ਜ਼ਮੀਨ ਸੀ। ਅਤੇ ਜ਼ਮੀਨ ਬਹੁਤ ਜ਼ਿਆਦਾ ਸੀ। ਅਸੀਂ ਕਿਉਂਕਿ ਸਾਂਭ ਨਹੀਂ ਸੀ ਹੁੰਦੀ ਤਾਂ ਅਸੀਂ ਖੇਤੀ ਕਰਨ ਲੱਗ ਗਏ ਸੀ। 301 ਬਿੱਗੇ ਦਾ 1 ਟੱਕ ਸੀ। ਅਸੀਂ ਉਹ ਖੇਤੀ ਕਰਦੇ, ਬਾਕੀ ਅਸੀਂ ਵੇਚਣੀ ਲਾਤੀ। ਖਰੀਦਾਰ ਵੀ ਨਹੀਂ ਸੀ ਵਿਚਾਰਾ। ਖਰੀਦਾਰ ਵਿਚਾਰਾ ਕਿੰਨਾ ਖਰੀਦ ਸਕਦਾ? ਐਵੇਂ ਪਤਾ ਕੁਛ ਬਿੱਗੇ ਖਰੀਦ ਲਿਆ, ਨਹੀਂ ਖਰੀਦਦੇ। ਉਹ ਸਾਰੇ ਪਿੰਡ ਵਾਲੇ ਖਰੀਦਣ ਤਾਂ ਵੀ ਮਸਾਂ ਵਿਕਦੀ ਸੀ ਜ਼ਮੀਨ, ਵਿਕਦੀ ਨਹੀਂ ਸੀ। ਇੱਕੋ ਟੱਕ ਸੀਗਾ ਨਾ? ਹੈ ਇੱਕੋ ਟੱਕ ਦੇ ਵਿੱਚ ਹੋਣੀ ਨਾ, ਇੱਕੋ ਟੱਕ ਹੋਣਾ। 1 ਟੱਕ ਸੀ। ਜਿਹੜਾ ਬੜਾ ਟੱਕ ਸੀ ਨਾ ਇੱਕ, ਉਹ ਅਸੀਂ ਰੱਖ ਲਿਆ। 3 ਖੂਹਾਂ ਦਾ ਟੱਕ ਸੀ। ਚੌਥਾ ਖੂਹ ਸੀ ਜਿਹੜਾ ਸੀ, ਉਹ ਦੂਰ ਸੀ ਸਾਨੂੰ ਜਿਹੜਾ ਪੈਂਦਾ। ਉਹ ਅਸੀਂ ਕਿਹਾ ਵੀ ਇਹਨੂੰ ਵੇਚ ਦਈਏ। ਉਹ ਵਿਕਦਿਆਂ ਨੂੰ ਸਾਨੂੰ 20 ਸਾਲ ਲੱਗ ਗਏ। ਵਿਕਦਾ ਨਹੀਂ ਸੀਗਾ। ਮਤਲਬ ਉਹੋ ਜਿਹੇ ਤਜਰਬੇ ਸੀ ਜਿੱਥੇ ਮੇਰੇ ਤੋਂ ਕੰਮ ਨਹੀਂ ਸੀ ਹੁੰਦਾ, ਸੱਚੀ ਗੱਲ ਹੈ। ਅੱਛਾ ਮੇਰੀ 'ਚ ਹੋਰ ਵੀ ਬੁਰਾਈ ਸੀ। ਮੈਂ ਨਾ 8ਵੀਂ ਜਮਾਤ ਤੋਂ ਕਿਤਾਬਾਂ ਪੜ੍ਹਨ ਲੱਗ ਗਿਆ ਸੀ ਪ੍ਰਾਈਵੇਟ। ਮੈਂ ਸਕੂਲ ਦੀਆਂ ਕਿਤਾਬਾਂ ਨਹੀਂ ਸੀ ਪੜ੍ਹਦਾ, ਹੋਰ ਲਾਇਬ੍ਰੇਰੀਆਂ ਤੋਂ। ਮੇਰਾ ਬਾਪ ਇੱਕ ਤਰ੍ਹਾਂ ਦਾ ਦਾਨੀ ਸੱਜਣ ਸੀ, ਬਹੁਤ ਖੰਨੇ 'ਚ ਮਸ਼ਹੂਰ। ਅਤੇ ਉਹਨੇ ਸਾਰੀਆਂ 2 ਲਾਇਬ੍ਰੇਰੀਆਂ ਸੀ, ਉਹਨਾਂ ਦੇ ਮੈਂਬਰਸ਼ਿਪ ਸੀ, ਉਹਨਾਂ ਕੋਲ ਕਾਰਡ ਸੀਗੇ। ਉਹ ਕਾਰਡ ਉਹਨੇ ਜ਼ਿੰਦਗੀ 'ਚ ਕਦੇ ਨਹੀਂ ਕਿਤਾਬ ਲਿਆਂਦੀ, ਕਦੇ ਪੜ੍ਹੀ ਨਹੀਂ। ਉਹ ਮੇਰੇ ਹੱਥ ਆ ਜਾਂਦੇ ਸੀ ਅਤੇ ਮੈਂ ਹੀ ਉਹਨਾਂ ਦੇ ਕਿਤਾਬਾਂ ਲਿਆ ਕੇ ਪੜ੍ਹਦਾ ਰਹਿੰਦਾ ਸੀ। ਅੱਛਾ ਮੇਰੇ ਜੇ ਕੰਮ ਖੁਦ ਹੀ ਨਾ ਕਰਨ ਦਾ ਵਜ੍ਹਾ ਵੀ ਇਹੀ ਸੀ, ਉੱਥੇ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਕੰਮ ਕਿੱਦਾਂ ਹੋਣਾ? ਉਹ ਫਿਰ ਮੇਰੇ ਭਾਈ ਨੇ ਵੀ ਕਹਿਣਾ ਅੰਨਾ ਹੋ ਜਾਏਗਾ, ਅੰਨਾ ਪੜ੍ਹ ਦਈਏ ਨਾ ਐਡੀਆਂ ਮੋਟੀਆਂ ਕਿਤਾਬਾਂ। ਮੇਰੀ ਬੀਬੀ ਨੇ ਕਹਿਣਾ ਕਿਉਂ ਪਰ ਇਹਦੇ ਨਾਲ ਤੇਰੇ ਪੈਸੇ ਵੱਧ ਜਾਣਗੇ ਆ ਪੜ੍ਹਨ ਦੇ ਨਾਲ। ਫਿਰ ਕਾਹਨੂੰ ਐਨਕ ਲਾਉਣੀ ਪੈਂਦੀ ਹੈ, ਇੰਨੀ ਮੋਟੀ ਕਦੇ ਕਿਤਾਬ ਪੜ੍ਹਦਾ? ਉਹਨੂੰ ਬੁਰਾ ਲੱਗਦਾ ਸੀ ਮੇਰੀ ਮੋਟੀ ਕਿਤਾਬ ਜਿਹੜੀ ਮੈਂ ਲੈ ਕੇ ਆਉਂਦਾ ਸੀ। ਇਹ ਨਹੀਂ ਪੜ੍ਹਨੀ ਚਾਹੀਦੀ। ਇਹ ਤਾਂ ਆਦਮੀ ਤੁਸੀਂ ਸੌਖਾ ਜਿਹਾ ਹੋ ਕੇ ਬੈਠੇ ਆਦਮੀ ਜਿਹੜੇ ਕੰਮ 'ਚ ਲੱਗਿਆ ਰਹੇ। ਫਿਰ ਮੈਂ ਆਪਣੇ ਬਾਪ ਤੋਂ, ਮੇਰਾ ਬਾਪ ਬੜਾ ਸਖਤ ਸੀ। ਉਹਨੇ ਇੱਕ ਤਰ੍ਹਾਂ ਦਾ ਮੈਨੂੰ ਜ਼ਿੰਦਗੀ 'ਚ, ਉਹਨੇ ਕਿਸੇ ਬੱਚੇ ਨੂੰ ਨਹੀਂ ਕੁੱਟਿਆ। ਵੈਸੇ ਮੈਂ ਜੇ ਗੱਲ ਕਹਾਂ ਨਾ, ਕਈਆਂ ਨੂੰ ਠੀਕ ਨਹੀਂ ਲੱਗਦੀ ਇਹ। ਬਾਪ ਨੂੰ, ਅਸੀਂ 5 ਭਾਈ ਹਾਂ, ਬਾਪ ਨੂੰ ਸਾਰੇ ਭਾਈ ਇੱਕੋ ਜਿਹੇ ਨਹੀਂ ਪਿਆਰੇ ਹੁੰਦੇ। ਉਹ ਮੈਨੂੰ ਨਫ਼ਰਤ ਕਰਦਾ ਸੀ ਸ਼ੁਰੂ ਤੋਂ। ਔਰ ਮੈਨੂੰ ਉਹਨੇ ਫਿਜ਼ੀਕਲੀ ਬਹੁਤ ਮਾਰਿਆ, ਡੰਡਿਆਂ ਨਾਲ ਮਾਰਿਆ ਬਹੁਤ ਦਫਾ। ਅੱਛਾ ਮੈਂ ਵੀ ਕੁਝ ਹਿੱਲਤਾਂ ਜ਼ਿਆਦਾ ਕਰ ਲੈਂਦਾ ਸੀ। ਮੈਂ ਇੱਕ ਵਾਰੀ ਇੱਕ ਟੀਚਰ ਨੂੰ ਮਾਰਿਆ ਸੀ ਆਪਣੇ ਨੂੰ। ਉਹ ਗੱਲ ਦਾ ਬੜਾ ਰੌਲਾ ਪਿਆ ਸੀ, ਉਹਨੂੰ ਬਹੁਤ ਗੁੱਸਾ ਲਾਇਆ ਸੀ। ਫਿਰ ਉਹਨੇ ਮੇਰੇ ਡਾਂਗਾਂ ਬਹੁਤ ਮਾਰੀਆਂ ਸੀ। ਮਤਲਬ ਇਹੋ ਜਿਹੇ ਕੁਛ ਨਾ ਹੁੰਦੀ ਰਹਿੰਦੇ ਸੀ ਇਹੋ ਜਿਹੀਆਂ ਗੱਲਾਂ। ਅੱਛਾ ਮੇਰੇ ਨਾਲ ਸਖਤੀ ਕਰਦੇ ਸੀ ਵੀ ਇਹ। ਇੱਕ ਮੈਂ 8ਵੀਂ ਜਮਾਤ 'ਚ ਨਾਸਤਕ ਹੋ ਗਿਆ ਸੀ।
ਉਹ ਮੈਨੂੰ ਕਹਿੰਦੇ ਸੀ ਤੂੰ ਆਸਤਕ ਹੋ, ਹਵਨ ਮੰਤਰ ਪੜ੍ਹ, ਹਵਨ ਕਰਿਆ ਕਰ। ਇਸੇ ਗੱਲ ਤੇ ਮੇਰੀ ਝਗੜਾ ਸੀ, ਇਸੇ ਗੱਲ ਤੇ ਮੇਰੇ ਨਾਲ ਖਾਰ ਖਾਂਦੇ ਸੀ। ਤੁਸੀਂ ਕਿਹੜੀ ਗੱਲੋਂ ਹੋਏ ਨਾਸਤਕ? ਬਸ ਮੇਰੇ ਮਨ 'ਚ, ਮੈਂ 8ਵੀਂ 'ਚ ਪੜ੍ਹਦਾ ਸੀ ਉਸ ਵੇਲੇ, ਮੈਨੂੰ ਲੱਗਣ ਲੱਗ ਗਿਆ ਵੀ ਇਹ ਪਰਮਾਤਮਾ ਦਾ ਕਾਲਾ ਝੂਠਾ ਜਿਹਾ ਬਣਾਇਆ ਹੋਇਆ ਹੈ। ਕੋਈ ਗੱਲ ਹੋਈ ਹੋਊਗੀ? ਨਹੀਂ, ਕੋਈ ਗੱਲ ਨਹੀਂ। ਅੱਛਾ। ਐਵੇਂ ਮਨ 'ਚ ਇੱਕ ਉਮਰ ਹੁੰਦੀ ਹੈ ਜਿਸ ਵੇਲੇ ਆਦਮੀ ਬਗਾਵਤਾਂ ਕਰਦਾ, ਹਰ ਚੀਜ਼ ਦਾ ਬਗਾਵਤ ਕਰਦਾ। ਸਹੀ। ਜਾਂ ਮੈਂ ਕੁਛ ਪੜ੍ਹ ਲਿਆ ਸੀ ਇਹ ਜਾਂ ਦਰਸ਼ਨ ਸਿੰਘ ਆਵਾਰਾ ਦੀਆਂ ਇੱਕ ਨਜ਼ਮਾਂ ਪੜ੍ਹੀਆਂ ਸੀ ਉਸ ਵੇਲੇ, ਜਿਹਦੇ ਉਹਨੇ ਉਹ ਵੀ ਐਂ ਕਹਿੰਦਾ ਸੀ ਮੈਂ ਤੋਂ ਮੁਨਕਰ ਹੋ ਰਹੀ ਹਾਂ। ਤੇ ਸ਼ਾਇਦ ਇਹੀ ਗੱਲ ਅਸਰ ਹੋਵੇ, ਮੇਰੇ ਤੇ ਕਿਤਾਬਾਂ ਪੜ੍ਹਨ ਦਾ ਜ਼ਿਆਦਾ ਅਸਰ ਸੀਗਾ। ਤੇ ਮੈਂ ਬਿਲਕੁਲ, ਮੈਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਮੱਥਾ ਨਹੀਂ ਟੇਕਿਆ ਅੱਜ ਤੱਕ। ਅੱਛਾ। ਬਚਪਨ 'ਚ ਵੀ ਨਹੀਂ, ਛੋਟੇ ਹੁੰਦੇ ਨੇ ਵੀ ਨਹੀਂ, ਬਾਅਦ 'ਚ ਵੀ ਨਹੀਂ। ਹਾਲਾਂਕਿ ਬਾਅਦ 'ਚ ਮੈਂ ਬਹੁਤ ਬੜੇ ਮੰਦਰਾਂ 'ਚ ਗਿਆ, ਦਰਬਾਰਾਂ 'ਚ ਗਿਆ, ਮੱਥਾ ਨਹੀਂ ਟੇਕਣਾ। ਹੁਣ ਮੈਂ ਫਿਰ ਆਉਣਾ ਦੇਖਣ ਦਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਮਤਲਬ ਇਸ ਤਰ੍ਹਾਂ ਘਰ ਦੇ ਕੋਈ ਤੰਗ ਸੀ, ਬਾਪ ਨੇ ਮੇਰੇ ਸਖਤੀ ਕਰਨੀ, ਫਿਰ ਉਹਨੇ ਕਹਿਣਾ ਜ਼ਮੀਨ ਕਾਹਦੀ ਹੈ ਤੇਰੀ, ਤੈਨੂੰ ਕੰਮ ਕਰਦਾ ਹੈ ਨਹੀਂ, ਤੂੰ ਵਗ ਜਾ ਕਿਤੇ ਕਮਾ ਤੇ ਖਾ। ਮੈਨੂੰ 2 ਵਾਰੀ ਕੱਢਿਆ ਉਹਨਾਂ ਨੇ ਘਰੋਂ। ਅੱਛਾ। ਫਿਰ ਮੈਂ ਅਚਾਨਕ ਮੈਂ ਖੰਨੇ ਆ ਗਿਆ। ਖੰਨੇ ਸਾਡਾ ਅੱਧਾ ਟੱਬਰ ਖੰਨੇ ਰਹਿੰਦਾ ਸੀ, ਅੱਧਾ ਪਿੰਡ ਰਹਿੰਦਾ ਬੜਗੋਜਰਾ। ਪਿੰਡ ਕਿਹੜਾ? ਬੜਗੋਜਰਾ, ਉਹ ਨਾਭੇ ਸਟੇਟ ਸੀ। ਅੱਛਾ। ਤੇ ਉਹ ਮੈਂ ਖੰਨੇ ਆ ਗਿਆ ਆਪਣੇ ਘਰ। ਉੱਥੇ ਮੇਰੇ ਦਾਦੇ ਨੇ ਪੁੱਛਿਆ ਕੀ ਗੱਲ ਤੂੰ ਐਂ ਫਿਰਦਾ ਉਦਾਸ ਜਾ, ਤੂੰ ਪਟਵਾਰੀ ਲੱਗ ਜਾ। ਮੈਂ ਕਿਹਾ ਪਟਵਾਰੀ ਤਾਂ ਪੜ੍ਹ ਕੇ ਲੱਗਦੇ ਹੁੰਦੇ ਨੇ, ਹੋਰ ਕੀ ਲੱਗਣਾ? ਮੈਂ ਕਿਹਾ ਮੈਂ ਮਾਸਟਰ ਲੱਗਣਾ। ਫਿਰ ਮਾਸਟਰ ਲੱਗ ਜਾ। ਮੈਂ ਕਿਹਾ ਮਾਸਟਰ ਵੀ ਜਿਹੜੇ ਨੇ ਇਹ ਵੀ ਟ੍ਰੇਨਿੰਗ ਹੁੰਦੀ ਹੈ, ਇਹਦੀ ਕਰਨੀ ਪੈਂਦੀ ਹੈ, ਫਿਰ ਤੂੰ ਕਰ ਲੈ। ਮੈਂ ਕਿਹਾ ਪੈਸੇ ਨਹੀਂ ਦਿੱਤੇ ਮੈਨੂੰ ਬਾਈ ਜੀ ਨੇ, ਪੈਸੇ ਮੈਂ ਦੇ ਦੂੰ ਤੈਨੂੰ। ਸਾਡੀਆਂ ਉੱਥੇ ਦੁਕਾਨਾਂ ਸੀਗੀਆਂ 3, ਉਹਦੇ 35 ਰੁਪਈਏ ਕਿਰਾਇਆ ਆਉਂਦਾ ਸੀ। ਇਹ ਉਸ ਜ਼ਮਾਨੇ ਦੀ ਗੱਲ ਹੈ, ਕੋਈ 1948-49 'ਚ। ਅੱਛਾ। ਤੇ ਮੈਨੂੰ ਕਹਿੰਦੇ ਮੈਂ ਤੈਨੂੰ 30 ਰੁਪਇਆ ਮਹੀਨਾ ਦੇ ਦਿਆ ਕਰੂੰਗਾ, 5 ਮੈਂ ਰੱਖ ਲੂੰਗਾ, ਤੂੰ ਜਾ। ਮੈਂ ਕਿਹਾ ਠੀਕ ਹੈ। ਮੈਂ ਜਾ ਕੇ ਫਿਰ ਮੈਂ ਬੇਸਿਕ ਟ੍ਰੇਨਿੰਗ ਕਰ ਲਈ। ਉਹ ਟ੍ਰੇਨਿੰਗ ਕਰਕੇ ਆ ਗਿਆ। ਆ ਕੇ ਜਿਸ ਵੇਲੇ ਫਿਰ ਨਾ ਮੈਨੂੰ ਕੰਮ ਮਿਲਿਆ, ਨੌਕਰੀ ਕਿੱਥੇ ਮਿਲਦੀ ਸੀ ਐਡੀ ਛੇਤੀ। ਫਿਰ ਕਿਤੇ ਅਚਾਨਕ ਮੇਰੇ ਦਿਮਾਗ 'ਚ ਆ ਗਈ ਵੀ ਇੱਥੇ ਸਾਡੇ ਮਾਮਾ ਜੀ ਇੱਥੇ ਜਲੰਧਰ ਰਹਿੰਦੇ ਸੀਗੇ, ਇੱਥੇ ਲਾਲਾ ਜਗਤ ਰਾਏ ਉਸ ਵੇਲੇ ਐਜੂਕੇਸ਼ਨ ਮਿਨਿਸਟਰ ਸੀਗੇ। ਅੱਛਾ। ਉਹ ਮੈਂ ਆਪਣੇ ਮਾਮਾ ਜੀ ਨੂੰ ਚਿੱਠੀ ਪਾ ਦਿੱਤੀ ਵੀ ਇਹ ਮੈਂ ਨੌਕਰੀ ਵਾਸਤੇ ਐਪਲੀਕੇਸ਼ਨ ਲਿਖ ਕੇ ਭੇਜੀ ਹੈ, ਯਾਦ ਹੈ। ਉਹਨਾਂ ਨੇ ਦੇਖੀ ਉਹਨੂੰ ਸਮਝ ਆ ਗਈ ਗੱਲ ਦੀ ਵੀ ਐਜੂਕੇਸ਼ਨ। ਉਹ ਇੱਥੇ ਉਹਨਾਂ ਦੇ ਕੰਮ ਕਰਦੇ ਸੀ ਆਫਿਸ 'ਚ ਸਮਾਚਾਰ ਦੇ। ਅੱਛਾ। ਤੇ ਉਹਨਾਂ ਨੇ ਲਾਲਾ ਜੀ ਨੂੰ ਦਿੱਤੀ। ਉਹ ਗੱਲ ਲਾਲਾ ਜੀ ਉੱਥੇ ਕੌਣ ਨੇ ਇਹ? ਉਹ ਕਹਿੰਦੇ ਜੀ ਮੇਰਾ ਭਾਣਜਾ ਹੈ। ਉਹਨੇ ਜੇ ਦਸਤ ਕਰਕੇ ਚਪੜਾਸੀ ਨੂੰ ਭੇਜਤਾ, ਜਾ ਵਗ ਜਾ। ਚਪੜਾਸੀ ਗਿਆ, ਉਹ ਦਫ਼ਤਰ ਗਿਆ। ਉਹਨਾਂ ਨੇ ਜਦ ਦੇਖਿਆ ਐਜੂਕੇਸ਼ਨ ਮਿਨਿਸਟਰ ਦਫ਼ਤਰ ਰਕਸਤ ਨੇ, ਉਹਨੇ ਜਦੇ ਮੈਨੂੰ ਅਪਾਇੰਟਮੈਂਟ ਲੈਟਰ ਭੇਜਿਆ। ਅੱਛਾ। ਮੈਂ ਖੰਨੇ ਜਦ ਆਇਆ, ਅਪਾਇੰਟਮੈਂਟ ਲੈਟਰ ਆਇਆ ਪਿਆ ਸੀ। ਵਾਹ ਜੀ ਵਾਹ। ਤੇ ਮੈਂ ਲੈ ਕੇ ਉਸ ਵੇਲੇ ਤੁਸੀਂ ਸਮਝ ਲਓ ਮੈਂ ਨਾ ਘਰ 'ਚ ਫਿਰ ਖੰਨੇ ਨਹੀਂ ਰਿਹਾ। ਫਿਰ ਮੈਂ ਜਦੇ ਨਾ ਬੈਗ ਆਪਣਾ ਝੋਲਾ, ਜੋ ਅੱਗੇ ਝੋਲੇ ਹੁੰਦੇ ਕੱਪੜੇ ਦੇ, ਉਹ ਚੱਕ ਕੇ ਨਾ ਮੈਂ ਰੇਲਵੇ ਸਟੇਸ਼ਨ 'ਤੇ ਅੱਗੇ ਬਹਿ ਗਿਆ। ਸਾਰੀ ਰਾਤ, ਸ਼ਾਮ ਦਾ ਵੇਲਾ ਸੀ, ਸਾਰੀ ਰਾਤ ਚੱਲਦੀ ਰਹੀ ਗੱਡੀ। ਅੱਛਾ। ਜਲੰਧਰ ਮੂੰਹ ਨੇੜੇ ਆ ਗਿਆ। ਸਵੇਰੇ ਹਨੇਰੇ 'ਚ 4 ਮੀਲ ਤੁਰ ਕੇ ਰੰਧਾਵਾ ਮਸੰਦਾ ਪਿੰਡ ਹੈ ਇੱਥੇ, ਉੱਥੇ ਗਿਆ। ਅੱਛਾ। ਪੁੱਛਾ ਕੇ ਉੱਥੇ ਜਾ ਕੇ ਮੈਂ ਆਪਣੀ ਹਾਜ਼ਰੀ ਲਾ ਦਿੱਤੀ। ਵਾਹ ਜੀ ਵਾਹ। ਜ਼ਿੰਦਗੀ 'ਚ ਪਹਿਲੀ ਮੈਨੂੰ ਬੱਚੇ ਅਚੀਵਮੈਂਟ ਲੱਗੀ, ਜਿਹੜੀ ਆਪਣੇ ਤੁਸੀਂ ਸਿਰ ਬਸਿਰ ਕੀਤੀ। ਹਾਂ, ਜਿਹਦੇ ਪਿੱਛੇ ਬਾਪ ਕੋਲੋਂ ਝਿੜਕਾਂ ਖਾਧੀਆਂ, ਭਾਈਆਂ ਕੋਲੋਂ ਖਾਧੀਆਂ, ਮਤਲਬ ਦੁਰ ਕਰਾਈ। ਤੇ ਉਹ ਮੈਨੂੰ ਕਿ ਹੁਣ ਮੈਂ ਆਜ਼ਾਦ ਹੋ ਗਿਆ, ਹੁਣ ਮੈਂ ਆਪਣੇ ਤੌਰ 'ਤੇ ਜੀਊਂਗਾ, ਮੈਂ ਆਪਣੀ ਰੋਟੀ ਕਮਾ ਕੇ ਖਾਊਂਗਾ ਵਧੀਆ ਕਰ। ਫਿਰ ਮੈਂ ਕਿਤੇ ਇੱਥੇ 9 ਸਾਲ ਰਿਹਾ ਸੀ ਟੀਚਰ। ਅੱਛਾ। ਫਿਰ ਪਿੰਡਾਂ 'ਚ ਮੇਰੀ ਟ੍ਰਾਂਸਫਰ ਹੋ ਗਈ, ਕਿਸੇ ਪਿੰਡ 'ਚ ਸੀਗੀ, ਮਾੜਾ ਪਿੰਡ ਸੀ, ਛੋਟੇ ਪਿੰਡ ਸੀ ਦੁਆਬੇ ਦੇ। ਤੇ ਉੱਥੇ ਇੱਕ ਇਹੋ ਜਿਹੀ ਗੱਲ ਹੋ ਗਈ, ਕੋਈ ਪੰਚਾਇਤ ਦਾ ਬੰਦਾ ਸੀ, ਉਹ ਦੇਖਿਆ ਕਰੇ ਆ ਕੇ ਬਹਿ ਜਾ ਕਰੇ ਕੁਰਸੀ ਡਾਹ ਕੇ। ਮੈਂ ਉਹਨੂੰ ਪੁੱਛਿਆ ਤੁਸੀਂ ਕੀ ਦੇਖਦੇ ਹੋ ਇੱਥੇ ਬੈਠੇ?
ਕਿਹਾ ਜੀ ਮੈਂ ਤੁਹਾਨੂੰ ਦੇਖਦਾ ਵੀ ਤੁਸੀਂ ਕਿਵੇਂ ਪੜ੍ਹਾਉਂਦੇ ਹੋ, ਨਵਾਂ ਟੀਚਰ ਆਏ ਹੋ ਵੀ ਤੁਸੀਂ ਕਿਵੇਂ ਪੜ੍ਹਾਉਂਦੇ ਹੋ। ਮੈਂ ਕਿਹਾ ਤੁਸੀਂ ਕਿੰਨੇ ਪੜ੍ਹੇ ਹੋਏ ਹੋ? ਕਹਿੰਦਾ ਮੈਂ ਤਾਂ 5ਵੀਂ 6ਵੀਂ ਪੜ੍ਹਿਆ ਹੋਇਆ। ਮੈਨੂੰ ਤਕਲੀਫ ਹੋਈ ਇਸ ਗੱਲ ਦੀ। ਉਹ ਮੈਨੂੰ ਚੈੱਕ ਕਰਨ ਵਾਸਤੇ, ਉਹ ਪੰਚਾਇਤ ਦਾ ਆਦਮੀ ਸੀ, ਮੈਨੂੰ ਚੈੱਕ ਕਰਨ ਵਾਲਾ। ਉਹ ਮੈਂ ਕਿਹਾ ਗੰਦੀ ਨੌਕਰੀ, ਮੈਂ ਰਿਜ਼ਾਈਨ ਕਰ ਦਿੱਤਾ। ਅੱਛਾ 9 ਸਾਲ ਦੀ ਨੌਕਰੀ ਦਾ। ਅੱਛਾ ਅੱਛਾ ਮੈਂ ਨਹੀਂ ਕਰਨੀ ਹੈ। ਮਨ ਚ ਆ ਗਿਆ ਨਾ ਕਿ ਇਹ ਕੀ ਮਨ ਚ ਹੁਣ ਪੜਾ ਆਦਮੀ ਜਾਹਲ ਮੁਤਲਿਕ। ਅਤੇ ਫਿਰ ਸਾਡੇ ਕੋਲ ਮੈਨੂੰ ਇੱਕ ਹੰਕਾਰ ਮੇਰੇ ਪਿੰਡ ਦਾ ਵੀ ਸੀ, ਘਰ ਦਾ ਵੀ ਸੀ, ਕਿਉਂਕਿ ਸਾਡੇ ਜਿੰਨੀ ਜ਼ਮੀਨ ਆਲੇ ਦੁਆਲੇ ਕਈ ਪਿੰਡਾਂ ਦੇ ਜੱਟਾਂ ਕੋਲ ਜਿੰਨੀ ਸਾਡੇ ਕੋਲ ਸੀ। ਇਹ ਕੀ ਚੀਜ਼ ਨੇ ਜਿਹੜੇ ਮੈਨੂੰ ਇਹ ਕਹਿਣ ਲੱਗੇ ਸੀ। ਚਲੋ ਖੈਰ, ਮੈਂ ਜਦੋਂ ਅਸੀਫਾ ਜਾ ਕੇ ਸ਼ਾਮ ਨੂੰ ਆਫਿਸਰ ਦੇ ਗਿਆ ਉਹਦੇ ਕੋਲ, ਗੁਰਾਇਆ ਰਹਿੰਦਾ ਸੀ, ਮੈਂ ਅਸੀਫਾ ਦੇ ਦਿੱਤਾ। ਕਹਿੰਦਾ ਕੀ ਗੱਲ, ਲੋਕ ਇਸ ਨੌਕਰੀ ਪਿੱਛੇ ਤਰਲੇ ਲੈਂਦੇ ਨੇ ਔਰ ਉਹ ਕਈ ਸਾਲ ਮਰਦੇ ਨੇ ਇਹਦੇ ਪਿੱਛੇ, ਟੋਲਦੇ ਨੇ ਤਾਂ ਕਿਤੇ ਮਿਲਦੀ ਹੈ ਨੌਕਰੀ, ਤੁਸੀਂ ਅਸਤੀਫਾ ਦੇਣ ਲੱਗੇ ਹੋ। ਮੈਂ ਕਿਹਾ ਮੈਂ ਨਹੀਂ ਕੰਮ ਕਰਨਾ, ਇੱਕ ਛੋਟਾ ਕੰਮ ਹੈ। ਕਹਿੰਦਾ ਫਿਰ ਕੀ ਕਰੋਗੇ? ਮੈਂ ਕਿਹਾ ਮੈਂ ਖੇਤੀ ਕਰਨ ਲੱਗ ਜਾ। ਮੈਂ ਮੁੜ ਕੇ ਖੇਤੀ, ਉਹ ਬੜਾ ਹੈਰਾਨ ਹੋ ਗਿਆ। ਉਹ ਕਦਾ ਨਾਮ ਸ਼ਾਇਦ ਜਸਪਾਲ ਸਿੰਘ ਸੀ ਇਹ ਜਿਹਾ। ਕਹਿੰਦਾ ਖੇਤੀ? ਮੈਂ ਕਿਹਾ ਹਾਂ। ਕਹਿੰਦਾ ਤੁਹਾਡੀ ਜ਼ਮੀਨ ਕਿੱਥੇ ਹੈ? ਮੈਂ ਦੱਸਿਆ, ਮੈਂ ਕਿਹਾ ਬੜਗੁਜਰਾ। ਕਿੰਨੀ ਹੈ? ਮੈਂ ਫਿਰ ਦੱਸਿਆ ਵੀ 62 ਕਿੱਲੇ ਜ਼ਮੀਨ ਹੈ। ਅੱਛਾ। ਫਿਰ ਉਹ ਸੋਚਣ ਲੱਗ ਗਿਆ। ਫਿਰ ਉਹਨੇ ਕਈ ਗੱਲਾਂ ਪੁੱਛੀਆਂ, ਕਿੱਥੇ ਪੜ੍ਹੇ ਹੋ? ਮੈਂ ਕਿਹਾ ਮੈਂ ਇਸ ਸਕੂਲ ਖੰਨੇ ਪੜ੍ਹਿਆ। ਫਿਰ ਉਹ ਹੌਲੀ ਹੌਲੀ ਠੰਡਾ ਹੋ ਗਿਆ। ਫਿਰ ਉਹ ਆਪ ਕਹਿੰਦਾ ਮੈਂ ਵੀ ਖੰਨੇ ਪੜ੍ਹਿਆ ਹੋਇਆ। ਅੱਛਾ। ਮੈਂ ਤੁਹਾਡੇ ਕੋਲ 2 ਸਾਲ ਪਿੱਛੇ ਸੀ। ਅੱਛਾ ਅੱਛਾ। ਪਰ ਕਹਿੰਦਾ ਤੁਸੀਂ ਨੌਕਰੀ ਨਾ ਛੱਡੋ, ਮੈਂ ਹੁਣ ਤੁਹਾਡੇ ਨਾਲ ਅਫਸਰ ਬਣ ਕੇ ਨਹੀਂ ਕਹਿੰਦਾ। ਕਹਿੰਦਾ ਮੈਂ ਜਸਪਾਲਾਂ ਕੋਲ ਦਾ, ਖੰਨੇ ਦੇ ਕੋਲ ਦਾ ਸੀ। ਅੱਛਾ ਅੱਛਾ। ਵੀ ਤੁਸੀਂ ਨੌਕਰੀ ਛੱਡੋ, ਚੰਗਾ ਇਹੀ ਕੰਮ ਕਰ ਲਈਏ, ਵੀ ਕਰਦੇ ਰਹੋ, ਅੱਛੀ ਹੈ, 4 ਪੈਸੇ, ਨਹੀਂ ਤਾਂ ਔਖਾ ਹੁੰਦਾ ਬੰਦਾ। ਮੈਂ ਕਿਹਾ ਨਹੀਂ, ਮੈਨੂੰ ਭੁਗਦੀ ਨਹੀਂ ਹੈ, ਮੈਂ ਨਹੀਂ ਕਰਨੀ, ਹੁਣ ਮੈਂ ਕਰਨੀ ਹੋਣੀ ਇਹ ਕੰਮ, ਸਕੂਲ ਮਾਸਟਰੀ ਨਹੀਂ ਕਰਨੀ, ਛੱਡ। ਪਿੰਡ ਆ ਗਿਆ, ਉਹੀ ਪਿੰਡ, ਉਹੀ ਖੇਤ, ਉਹੀ ਹਲ। ਅਸੀਂ ਉਸ ਵੇਲੇ ਨਾ ਸਾਡੇ ਕੋਲ ਟਰੈਕਟਰ ਵੀ ਸੀ। ਅੱਛਾ। ਤੇ ਸਾਡੇ ਕੋਲ ਟਿਊਬਵੈਲ ਵੀ, ਅਸੀਂ 51 ਟਿਊਬਵੈਲ ਲਾਏ ਸੀ। ਅੱਛਾ ਅੱਛਾ। ਬਹੁਤ ਪਹਿਲਾਂ, ਹਾਂ ਬਹੁਤ, ਇਹ ਤਾਂ ਸ਼ੁਰੂ 1951 ਚ ਲਾਏ ਸੀ ਟਿਊਬਵੈਲ, ਸ਼ੁਰੂ ਹੈ। ਹਾਂ, ਅਸੀਂ 5000 ਰੁਪਏ ਦਾ ਦਿੱਲੀ ਤੋਂ ਲਿਆਂਦਾ ਸੀ। ਅੱਛਾ। ਕਿਉਂਕਿ ਜ਼ਮੀਨ ਸਾਡੇ ਕੋਲ ਇੰਨੀ ਸਿੰਜ ਨਹੀਂ ਸੀ ਹੁੰਦੀ। ਉਹ ਟਿਊਬਵੈਲ ਨੇ ਸਾਡੀ 3 ਖੂਹਾਂ ਦੀ ਜ਼ਮੀਨ ਸਿੰਜੀ ਸੀ। ਟਿਊਬਵੈਲ ਬਹੁਤ ਜ਼ਿਆਦਾ ਕੰਮ ਕਰਦਾ ਸੀ। ਅੱਛਾ ਚਲੋ, ਮੈਂ ਕਿਹਾ ਚਲੋ ਹੋਰ ਥੋੜ੍ਹਾ ਜਿਹਾ ਕਰ ਕਰਕੇ ਦੇਖ ਲੈਂਦੇ ਹਾਂ, ਘਰ 'ਚ ਬਹਿ ਕੇ ਕੰਮ ਕਰ ਲਾਂਗੇ, ਥੋੜ੍ਹਾ ਬਹੁਤਾ ਕਰ ਲਾਂਗੇ, ਹੋਰ ਕਿਆ, ਖੇਤੀ ਦਾ ਜਾਇਜ਼ਾ ਹੁੰਦਾ। ਅੱਛਾ। ਫਿਰ ਉਹਨੇ ਕਿਹਾ ਤੁਹਾਡੀ ਮਰਜ਼ੀ ਹੈ। ਕਹਿੰਦਾ ਅਸਤੀਫਾ ਦੇਣਾ ਕੋਈ ਮਾੜੀ ਗੱਲ ਨਹੀਂ ਹੈ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਚਲੇ ਜਾਓ। ਅਤੇ ਫਿਰ ਉਹਨੇ, ਕਿਉਂਕਿ ਉਹਨੇ ਮੇਰੇ ਨਾਲ ਸਾਂਝ ਕਰ ਲਈ ਸੀ ਨਾ, ਵੀ ਉਹ ਵੀ ਖੰਨੇ ਦਾ ਹੀ ਸੀਗਾ, ਖੰਨੇ ਦੇ ਕੋਲ ਦਾ, ਉੱਥੇ ਹੀ ਪੜ੍ਹਿਆ ਸੀਗਾ। ਇਹ ਕਹਿੰਦਾ ਠੀਕ ਹੈ, ਤੁਹਾਡਾ ਦੁੱਖ ਵੀ ਠੀਕ ਹੈ। ਕਹਿੰਦਾ ਇੱਥੇ ਪਿੰਡਾਂ ਦੇ ਵਿੱਚ ਬਹੁਤ ਮਾੜੀ ਹਾਲਤ ਹੁੰਦੀ ਹੈ, ਇੱਜ਼ਤ ਨਹੀਂ ਰਹਿੰਦੀ ਹੈ ਬੰਦੇ ਦੀ। ਮੈਂ ਕਿਹਾ ਬਿਲਕੁਲ ਇੱਜ਼ਤ ਨਹੀਂ ਹੈ ਮੇਰੀ ਇੱਥੇ। ਅੱਛਾ, ਫਿਰ ਮੈਂ ਛੱਡਤੀ ਨੌਕਰੀ, ਅਸਤੀਫਾ ਮੈਂ ਉਹਨੂੰ ਕਹਿ ਦਿੱਤਾ। ਮੈਂ ਕਿਹਾ ਮਨਜ਼ੂਰ ਕਰ ਲੈ। ਉਹਨੇ ਮਨਜ਼ੂਰ ਕਰ ਲਿਆ, ਮਨਜ਼ੂਰ ਕਰਕੇ ਛੱਡ ਕੇ ਆ ਗਿਆ। ਫਿਰ ਪਿੰਡ ਕੰਮ ਕੀਤਾ ਥੋੜ੍ਹਾ ਚਿਰ, ਕੰਮ ਕਰਕੇ ਫਿਰ ਮੇਰੇ ਮਨ 'ਚ ਆਇਆ। ਫਿਰ ਦਾਦੇ ਨੇ ਪੁੱਛਿਆ ਵੀ ਹੁਣ ਕੀ ਕਰਦਾ ਤੂੰ, ਫਿਰ ਆ ਗਿਆ। ਮੈਂ ਕਿਹਾ ਮੈਂ ਤਾਂ ਹੁਣ ਉਹ ਕਰਨਾ ਉਹ ਕੰਮ, ਮੈਂ ਕੋਈ ਟ੍ਰੇਨਿੰਗ ਲੈਣੀ ਹੈ। ਮੈਂ ਜਿਹੜੀ ਲਾਇਬ੍ਰੇਰੀ ਰਹਿੰਦੀ ਹੁੰਦੀ ਹੈ, ਮੈਂ ਚੰਡੀਗੜ੍ਹ ਗਿਆ। ਅਦਰ ਸਿੰਘ ਮੇਰਾ ਦੋਸਤ ਸੀਗਾ। ਅਦਰ ਸਿੰਘ ਨੂੰ ਕਿਹਾ, ਮੈਂ ਕਿਹਾ ਮੈਂ ਇੱਥੇ ਐਡਮਿਸ਼ਨ ਲੈਣਾ, ਕਿਹੜੇ ਡਿਪਾਰਟਮੈਂਟ? ਮੈਂ ਦੱਸ, ਇੱਥੇ ਦਵਾ ਦੇ ਮੈਨੂੰ। ਉਹ ਕਹਿੰਦਾ, ਉਹਨੇ ਜਿਹਦੇ ਪਤਾ ਕੀਤਾ, ਕਹਿੰਦਾ ਉੱਥੇ ਤਾਂ ਐਡਮਿਸ਼ਨ ਕੱਲ੍ਹ ਖਤਮ ਹੋ ਗਈ, ਉਹ ਉੱਥੇ ਨਹੀਂ ਹੋ ਸਕਦੀ, ਹੁਣ ਇੱਥੇ ਜਰਨਲਿਜ਼ਮ 'ਚ ਹੋ ਰਹੀ ਹੈ। ਅੱਛਾ ਅੱਛਾ। ਜੇ ਦਾਖਲ ਕਰਾਉਣਾ ਹੋ ਜਾ, ਮੈਂ ਕਰਾ ਦੇ। ਅੱਛਾ। ਜਰਨਲਿਜ਼ਮ ਦਾਖਲ ਕਰਾ। ਅੱਛਾ। ਉੱਥੇ 2 ਕਾਮਰੇਡ ਪ੍ਰੋਫੈਸਰ ਹੁੰਦੇ ਸੀ, ਇੱਕ ਹਰਿਆਣੇ ਦਾ ਸੀ ਕਾਮਰੇਡ ਰਾਣਾ, ਇੱਕ ਹੋਰ ਹੁੰਦਾ ਸੀ। ਉਹਨਾਂ ਨੇ ਬੜੀਆਂ ਅੱਛੀਆਂ ਗੱਲਾਂ ਸਾਡੀਆਂ ਹੁੰਦੀਆਂ ਸੀ, ਬੜੀ ਸੋਹਣੀਆਂ ਹੋਣ ਲੱਗੀਆਂ ਸੀ, ਅਤੇ ਮੇਰਾ ਜੀਅ ਲੱਗ ਗਿਆ ਸੀ ਉੱਥੇ। ਜਰਨਲਿਜ਼ਮ ਕਰਨ 'ਚ ਕੋਈ ਮੁਸ਼ਕਿਲ ਨਹੀਂ ਸੀ।
ਮੈਂ ਆਵਾਰਗੀ ਕਰਦਾ ਸੀ ਬਹੁਤ, ਕਿਤਾਬਾਂ ਪੜ੍ਹਦਾ ਸੀ, ਲਾਇਬ੍ਰੇਰੀ 'ਚ ਬੈਠਾ ਰਹਿੰਦਾ ਸੀ। ਮੇਰਾ ਜ਼ਿਆਦਾ ਲਾਇਬ੍ਰੇਰੀ ਚੱਲਦਾ ਸੀਗਾ, ਬਹੁਤ ਕਿਤਾਬਾਂ ਪੜ੍ਹੀਆਂ, 1 ਸਾਲ ਕਿਤਾਬਾਂ ਪੜ੍ਹਦਾ ਰਿਹਾ। ਅੱਛਾ, ਮੈਂ ਲਿਖਣ ਦੀ ਗੱਲ ਕਰਦਾ ਉਸ ਵੇਲੇ। ਮੈਂ ਕੋਈ ਜਿਸ ਵੇਲੇ ਜਲੰਧਰ ਆਇਆ ਨਾ 1953 'ਚ ਆਇਆ ਸੀ ਇੱਥੇ ਟੀਚਰ ਲੱਗ ਕੇ, ਰੰਧਾਵਾ ਮਸੰਦ ਦਾ ਟੀਚਰ ਰਿਹਾ ਸੀ। ਅਤੇ ਉਸ ਵੇਲੇ ਨਾ ਇੱਥੇ ਮੇਰੇ ਪਤਾ ਨਹੀਂ ਕਿਵੇਂ ਹੋਇਆ, ਮੈਂ ਮੋਹਨ ਸਿੰਘ, ਪ੍ਰੋਫੈਸਰ ਮੋਹਨ ਸਿੰਘ ਆਏ ਸੀ ਅੰਮ੍ਰਿਤਸਰ ਤੋਂ, ਅਤੇ ਉਹਨਾਂ ਦੇ ਘਰ ਮੀਟਿੰਗ ਸੀ। ਮੈਨੂੰ ਕੋਈ ਐਵੇਂ ਧੱਕੇ ਨਾਲ ਫੜ ਕੇ ਲੈ ਗਿਆ, ਮੈਂ ਹਾਲਾਂਕਿ ਕੁਛ ਨਹੀਂ ਸੀ ਲਿਖਦਾ, ਧੱਕੇ ਨਾਲ ਫੜ ਕੇ ਉੱਥੇ ਬਿਠਾ ਦਿੱਤਾ ਗੱਲ ਕਰਦੀ, ਅਤੇ ਅੱਗੇ ਨੂੰ ਕਹਿ ਦਿੱਤਾ ਵੀ ਇਹ ਕਹਾਣੀ ਸੁਣਾਊਗਾ। ਮੈਂ ਕਿਹਾ ਮੈਂ ਕਹਾਣੀ, ਮੈਨੂੰ ਉਸ ਵੇਲੇ ਖੰਨਵੀ ਕਹਿੰਦੇ ਸਾਰੇ, ਕਿਉਂਕਿ ਮੈਂ ਉਹਨਾਂ ਆਪਣਾ ਖੰਨਵੀ ਲਿਖਦਾ ਸੀ। ਮੇਰੇ ਦਫ਼ਤਰ 'ਚ ਵੀ ਮੈਂ 26 ਸਾਲ ਜਿੱਥੇ ਅਖਬਾਰ 'ਚ ਕੰਮ ਕੀਤਾ ਹੈ, ਉਹਨਾਂ ਨੂੰ ਮੇਰਾ ਨਾਂ ਦਾ ਕਈਆਂ ਨੂੰ ਪਤਾ ਨਹੀਂ ਸੀ, ਉਹ ਖੰਨਵੀ ਸਾਹਿਬ ਕਰੀ। ਖੈਰ ਉੱਥੇ ਵੀ ਖੰਨਵੀ ਉਹ ਹੋ ਗਿਆ, ਅਤੇ ਉੱਥੇ ਮੈਂ ਕਹਾਣੀ ਪੜ੍ਹੀ ਅਤੇ ਉਹ ਪਸੰਦ ਕੀਤੀ। ਮੈਂ ਹੈਰਾਨ ਹੋ ਗਿਆ। ਮੈਨੂੰ ਕਿਸੇ ਨੇ ਕਿਹਾ ਉਹਨੂੰ ਭੇਜੋ ਆਪਣੇ ਅੰਮ੍ਰਿਤਸਰ ਵਾਲਾ ਜਿਹੜਾ ਪਰਚਾ ਹੈ ਉਹਨਾਂ ਦਾ, ਪ੍ਰੀਤ ਲੜੀ ਵਾਲਿਆਂ ਦਾ, ਪ੍ਰੀਤ ਲੜੀ ਨੂੰ। ਮੈਂ ਪ੍ਰੀਤ ਲੜੀ ਨੂੰ ਭੇਜਤੀ, ਉਹਨਾਂ ਨੇ ਛਾਪਤੀ। ਮੈਂ ਹੈਰਾਨ ਹੋਇਆ, ਮੈਂ ਕਿਹਾ ਜਾਂ ਤਾਂ ਉਹ ਪਾਗਲ ਨਹੀਂ ਜਾਂ ਮੈਂ ਪਾਗਲ ਹੈ। ਫਿਰ ਮੈਨੂੰ ਕਹਿੰਦੇ ਤੂੰ ਕਹਾਣੀ ਪੜ੍ਹੋ, ਸਭਾ ਹੁੰਦੀ ਸੀ, ਮੀਟਿੰਗ। ਮੈਂ ਕਹਾਣੀਆਂ ਪੜ੍ਹੀਆਂ 2-4 ਬੜੀ ਸਾਰੀ। ਉੱਥੇ ਪ੍ਰੋਫੈਸਰ ਆਉਂਦੇ ਸੀਗੇ, DAV ਕਾਲਜ ਦਾ, ਦੁਆਬਾ ਕਾਲਜ ਦਾ, ਉਹ ਵੀ ਤਾਰੀਫ ਕਰਿਆ ਕਰਨ। ਮੈਂ ਕਿਹਾ ਇਹ ਤਾਰੀਫਾਂ ਕਿਉਂ ਕਰਦੇ ਹੋ? ਫਿਰ ਮੈਂ ਕਿਹਾ ਮੈਂ ਤਾਂ 10ਵੀਂ ਪੜ੍ਹਿਆ ਆਦੀ ਹਾਂ, ਮੈਂ ਕਹਾਣੀ ਲਿਖੀ ਹੈ ਅਤੇ ਇਹ ਤਾਰੀਫਾਂ ਕਰਦੇ ਨੇ, ਜਾਂ ਤਾਂ ਮੈਨੂੰ ਮੂਰਖ ਬਣਾਉਂਦੇ ਨੇ ਜਾਂ ਕੋਈ ਵਜ੍ਹਾ ਹੈ ਕੋਈ ਹੋਰ, ਇਹ ਕੀ ਵਜ੍ਹਾ ਹੈ? ਖੈਰ ਮੈਂ ਕਹਾਣੀਕਾਰ ਦੇ ਤੌਰ 'ਤੇ ਉੱਥੇ ਜਲੰਧਰ ਦੇ ਵਿੱਚ ਚਰਚਾ ਹੋਣ ਲੱਗ ਗਈ ਸੀ ਮੇਰੀ, ਵੀ ਆਉਣ ਲੱਗਿਆ ਮੇਰੀ ਕਹਾਣੀ ਛਪਣ ਲੱਗ ਗਿਆ ਫਟਾਫਟ। ਪ੍ਰੋਫੈਸਰ ਮੋਹਨ ਸਿੰਘ ਨੇ ਮੇਰੇ ਤੋਂ ਮੰਗੀ ਕਹਾਣੀ, ਖੰਨਵੀ ਸਾਹਿਬ ਸਾਨੂੰ ਵੀ ਦਿਓ ਕਹਾਣੀ। ਮੈਂ ਕਿਹਾ ਤੁਸੀਂ ਲੈ ਲਓ ਜੀ। ਖੈਰ ਉਹ ਦੇ ਕੇ, ਮੇਰਾ ਮਤਲਬ ਇਸ ਤਰ੍ਹਾਂ ਮੈਨੂੰ ਕਹਾਣੀਆਂ ਆਪਣੇ ਆਪੇ ਪੈਦਾ ਹੋਣ ਲੱਗ ਗਈਆਂ। ਉਹ ਮੈਂ ਕਿਹਾ ਕਿ ਵੀ ਇਹ ਚਲੋ ਕੁਛ ਮੇਰੇ ਅੰਦਰ ਇੱਕ ਗੱਲ ਤਾਂ ਇਹ ਸੀ ਵੱਖਰੀ, ਉਸ ਸਮੇਂ ਦੇ ਵਿੱਚ ਸਾਰੇ ਲੋਕ ਮਾਰਕਸਵਾਦੀ ਸੋਚ ਨਾਲ ਲਿਖਦੇ ਸੀ, ਉਹ ਉਹੋ ਜਿਹੇ ਹੀ ਲਿਖਦੇ ਸੀਗੇ ਜਿਵੇਂ ਨਾ ਇੱਕ ਫੈਸਲਾ ਕੀਤਾ ਹੁੰਦਾ ਗਰੁੱਪ ਦਾ, ਇਸ ਤਰ੍ਹਾਂ ਉਹ ਉਸੇ ਤਰ੍ਹਾਂ ਦੀ ਇੱਕ ਆਈਡੀਓਲੋਜੀ ਦੇ ਤਹਿਤ ਉਹਨੂੰ ਉਹਦੇ ਘੇਰੇ 'ਚ ਲਿਆ ਕੇ ਲਿਖਦੇ ਸੀਗੇ। ਮੈਂ ਉਸ ਘੇਰੇ ਤੋਂ ਬਾਹਰ ਰਹਿੰਦਾ ਸੀ, ਕਿਉਂਕਿ ਮੈਂ ਉਸ ਘੇਰੇ ਦਾ ਬੰਦਾ ਨਹੀਂ ਸੀ। ਉਹ ਕਈ ਆਦਮੀ ਮੈਨੂੰ ਪੁੱਛਦੇ ਸੀਗੇ, ਉਹ ਇਸੇ ਤਰ੍ਹਾਂ ਹੀ ਉਸ ਵੇਲੇ ਮੈਨੂੰ ਕਈ ਆਦਮੀ ਕਹਿੰਦੇ ਸੀਗੇ, ਕਹਿੰਦੇ ਜੀ ਤੁਸੀਂ ਗਰੀਬੀ ਦੀ, ਭੁੱਖ ਦੀ, ਸਾਰੇ ਲੋਕ ਕਹਾਣੀਆਂ ਲਿਖਦੇ ਨੇ, ਤੁਸੀਂ ਵੀ ਕੋਈ ਇਹੋ ਜਿਹੀ ਕਹਾਣੀ ਲਿਖੋ। ਮੈਂ ਕਿਹਾ ਮੈਂ ਸੱਚੀ ਗੱਲ ਦੱਸਾਂ, ਨਾ ਮੈਂ ਭੁੱਖ ਦੇਖੀ ਨਾ ਮੈਂ ਗਰੀਬੀ ਦੇਖੀ, ਮੈਂ ਕਿਵੇਂ ਲਿਖ ਦੇਵਾਂ ਜਿਹੜੀ ਕਿ ਪਤਾ ਨਹੀਂ। ਆਖੇ ਤੁਸੀਂ ਜਨਾਨੀਆਂ ਦੀਆਂ ਕਹਾਣੀਆਂ ਲਿਖੀ ਜਾਂਦੇ ਹੋ। ਮੈਂ ਕਿਹਾ ਫਿਰ ਥੋੜ੍ਹਾ ਬਹੁਤ ਤਜਰਬਾ ਹੋ, ਬਹੁਤੀ ਭੁੱਖ ਹੋਊਗੀ, ਉਹੋ ਜਿਹੀਆਂ ਗੱਲਾਂ ਜਿਹੋ ਜਿਹੀਆਂ ਮੇਰੇ ਮਨ 'ਚ ਆਉਂਦੀਆਂ, ਪੜ੍ਹਦਾ ਸੀ ਮੈਂ ਉਹੋ ਜਿਹਾ ਲਿਖੀ। ਮੈਂ ਇਮਾਨਦਾਰੀ ਕਰਦਾ ਨਾ ਆਪਣੇ ਨਾਲ, ਮੈਂ ਆਪਣੇ ਨਾਲ ਤਾਂ ਇਮਾਨਦਾਰ ਹੈ ਵੀ ਤੁਸੀਂ ਜੋ ਇਸ ਤਰ੍ਹਾਂ ਲਿਖਦੇ ਹੋ, ਮੈਂ ਤੁਹਾਨੂੰ ਕਹਿੰਦਾ ਨਹੀਂ ਕਹਿਣਾ ਵੀ ਤੁਸੀਂ ਗਲਤ ਲਿਖਦੇ ਹੋ, ਮੈਨੂੰ ਆਪਣੇ ਤੌਰ 'ਤੇ ਲਿਖਣ ਦਿਓ। ਮੈਂ ਇਸ ਗੱਲ ਨੂੰ ਆਜ਼ਾਦੀ ਸਮਝਦਾ ਸੀ ਵੀ ਇਹੀ ਆਜ਼ਾਦੀ ਹੈ। ਅੱਛਾ, ਲਿਖਦਿਆਂ ਅਤੇ ਉਹ ਮੇਰੀ ਖਾਸੀ ਚਰਚਾ ਹੋਈ, ਜ਼ਿਆਦਾ ਹੋਈ, ਅਤੇ ਫਿਰ ਮੈਂ ਕਈ ਵਾਰ ਇਹ ਸਮਝਣ ਲੱਗ ਗਿਆ ਵੀ ਜਿਹੜੀਆਂ ਮੈਂ ਸ਼ੁਰੂ ਦੀਆਂ ਕਹਾਣੀਆਂ ਸੀ, ਫਿਰ ਮੈਨੂੰ ਸਮਝ ਆਈ ਵੀ ਕਹਾਣੀ ਤਾਂ ਇਹ ਹੈ ਨਹੀਂ। ਫਿਰ ਮੈਂ ਇੱਕ ਤਾਸ਼ ਵਰਗੀ ਕਹਾਣੀ ਲਿਖੀ। ਉਹ ਲਿਖਣ 'ਤੇ ਬੜੀ ਜਿਹੀ ਝੁੰਝਲੇ ਲੋਕ, ਉਹ ਅੰਮ੍ਰਿਤਾ ਪ੍ਰੀਤਮ ਨੇ ਛਾਪੀ ਸੀ ਆਪਣੇ ਪਰਚੇ 'ਚ ਨਾਗਮੰਡੀ 'ਚ। ਉਹ ਕਹਾਣੀ ਉਹਨੂੰ ਇੰਨੀ ਅੰਦਰ ਵੜ ਗਈ ਉਹਦੇ, ਮੈਨੂੰ ਉਹਨੇ ਚਿੱਠੀਆਂ ਵੀ ਪਾਈਆਂ 2 ਵਾਰੀ, ਇਹ ਕਹਾਣੀ ਕਿਵੇਂ ਸੁੱਝ ਗਈ? ਅੱਛਾ, ਮੈਂ ਹੈਰਾਨ ਸੀ ਵੀ ਇਹ ਕੋਈ ਸਵਾਲ ਹੈ ਵੀ ਕਿਵੇਂ ਸੁੱਝ ਗਈ। ਫਿਰ ਇੱਕ ਵਾਰੀ ਜਲੰਧਰ ਆਈ ਅਤੇ ਮੈਂ ਆਪਣੇ ਦਫ਼ਤਰ 'ਚ ਕੰਮ ਕਰ, ਮੈਨੂੰ ਕਿਸੇ ਨੇ ਕਿਹਾ ਵੀ ਤੁਹਾਨੂੰ ਬੀਬੀ ਮਿਲਣ ਆਈ ਹੈ। ਮੈਂ ਹੇਠਾਂ ਗਿਆ, ਅੰਮ੍ਰਿਤਾ ਬੈਠੀ ਸੀ ਘਰ 'ਚ, ਮੈਨੂੰ ਕਹਿੰਦੀ ਬੈਠ ਇੱਥੇ। ਅੱਛਾ, ਮੈਨੂੰ ਬਹਾ ਕੇ ਲੈ ਗਈ, ਬਹਾ ਕੇ ਮੋਹਨ ਸਿੰਘ ਦੇ ਲੈ ਗਈ। ਮੋਹਨ ਸਿੰਘ ਮੈਨੂੰ ਜਾਣਦਾ ਸੀ। ਫਿਰ ਉੱਥੇ ਗੱਲਾਂ ਕਰਦੀ, ਮੈਨੂੰ ਇਹੀ ਸਵਾਲ ਪੁੱਛੇ, ਲਓ ਜੀ ਇਹ ਕਿਵੇਂ ਸੁੱਝ ਗਈ? ਮੈਂ ਕਿਹਾ ਮੈਨੂੰ ਆਪ ਨਹੀਂ ਪਤਾ, ਲਿਖਣ ਵਾਲੇ ਨੂੰ ਨਹੀਂ ਪਤਾ ਹੁੰਦਾ ਵੀ ਤੁਹਾਨੂੰ ਕਿਵੇਂ ਸੁੱਝ ਗਈ, ਕਿਵੇਂ ਲਿਖੀ ਗਈ, ਕਿਵੇਂ ਕੀਤੀ ਗਈ ਹੈ, ਆਪੇ ਹੋਈ ਜਾਂਦਾ ਕੁਛ ਨਾ ਕੁਛ। ਇਹੀ ਮੈਂ ਗੱਲ ਕਹਿੰਦਾ, ਮੈਂ ਕਿਹਾ ਮੈਂ ਜਿਹੜਾ ਤੁਹਾਨੂੰ ਦਿਖਦਾ ਹੈ, ਜਿਹੜਾ ਹੁਣ ਤੁਹਾਨੂੰ ਦਿਖਦਾ, ਇਹ ਮੈਂ ਉਹ ਇਹੀ ਕੁਛ ਨਹੀਂ ਹੈ, ਮੇਰੇ ਅੰਦਰ ਕਈ ਕੁਛ ਹੋਰ ਹੈ ਲੁਕਿਆ ਹੋਇਆ ਹੈ, ਜਿਹੜਾ ਉਹ ਜ਼ਾਹਰ ਹੁੰਦਾ ਹੈ, ਉਹ ਕਿਸੇ ਨਾ ਕਿਤੇ ਪਤਾ ਨਹੀਂ, ਮੈਨੂੰ ਵੀ ਨਹੀਂ ਪਤਾ ਹੁੰਦਾ ਉਹਦਾ ਪੂਰਾ ਵੀ ਹੈ ਕੀ ਇਹ।
ਉਹ ਜਿਹੜਾ ਬੰਦਾ ਫਿਰ ਕੋਈ ਨਾ ਕੋਈ ਇਹੋ ਜਗ੍ਹਾ ਨਿਕਲਦਾ। ਹੁਣ ਉਹ ਤਾਸ਼ ਵਾਲੀ ਗੱਲ ਨਹੀਂ ਨਾ ਪੈਦਾ ਹੁੰਦੀ ਸੀ। ਅੱਛਾ, ਉਹ ਲਿਖਣ ਤੋਂ ਬਾਅਦ ਨਾ ਮੇਰਾ ਢਾਰਾ ਹੀ ਬਦਲ ਗਿਆ ਤੇ ਉਹਨੇ ਮੇਰੇ ਤੇ ਐਡਾ ਅਸਰ ਹੋਇਆ ਪਾਇਆ ਉਹਦੀ ਤਾਰੀਫ ਤੇ ਮੈਂ ਹੋਰ ਬਹੁਤ ਸਾਰੀਆਂ ਪੁਰਾਣੀਆਂ ਕਹਾਣੀਆਂ ਪਾੜ ਕੇ ਸੁੱਟਤੀਆਂ ਵੀ ਇਹ ਨਹੀਂ ਕੰਮ ਦੀਆਂ ਕਹਾਣੀਆਂ, ਕਿਤਾਬਾਂ 'ਚ ਤਾਂ ਹੋਰ ਛਪਣੀਆਂ ਚਾਹੀਦੀਆਂ ਨੇ, ਇਹ ਨਹੀਂ ਛਪਣੀ ਚਾਹੀਦੀ। ਇਸ ਤਰ੍ਹਾਂ ਕਰਕੇ ਫਿਰ ਮੇਰਾ ਨਾ ਮੈਂ ਬਿਲਕੁਲ ਇਹਨਾਂ ਨਾਲ ਮਾਰਕਸਵਾਦੀਆਂ ਨਾਲ ਘਟ ਗਿਆ। ਉਹ ਵੀ ਐ ਦੋਸਤੀ ਮੇਰੀ ਉਹਨਾਂ ਨਾਲ ਰਹੀ, ਬੈਠਣਾ ਉਹਦੇ ਨਾਲ ਰਿਹਾ, ਉਹਨਾਂ ਵਰਗਾ ਨਹੀਂ ਮੈਂ ਲਿਖਣਾ। ਮੁਹੱਬਤ ਉਹਨਾਂ ਨਾਲ ਸੀ, ਦਾਰੂ ਵੀ ਅਸੀਂ ਇਕੱਠੇ ਪੀਂਦੇ ਸੀ ਬੈਠ ਕੇ, ਪਰ ਮੈਂ ਉਹਨਾਂ ਵਰਗਾ ਲਿਖਦਾ ਨਹੀਂ ਸੀ। ਚਲੋ ਮੇਰਾ ਮਤਲਬ ਮੇਰਾ ਆਪਣਾ ਹਿਸਾਬ ਸੀ ਨਾ, ਕੋਈ ਆਪਣੀ ਮਨ ਦੀ ਸੋਚ ਸੀ ਮੇਰੀ, ਮੈਂ ਆਪਣੇ ਮਨ ਦੀ ਰਜਾ ਪੂਰੀ ਕਰ। ਇਹ ਗੱਲ ਮੇਰੇ ਨਾਲ ਹੁਣ ਤੱਕ ਚੱਲਦੀ ਰਹੀ। ਮੈਂ ਹੁਣ ਵੀ, ਹੁਣ ਤਾਂ ਖੈਰ 6-7 ਸਾਲ ਹੋ ਗਏ ਮੈਂ ਕਹਾਣੀ ਲਿਖਣੀ ਬੰਦ ਕਰਤੀ। ਅੱਛਾ, ਵੀ ਹੁਣ ਨਹੀਂ ਹੁੰਦੀ ਕਿਉਂਕਿ ਕਹਾਣੀ ਲਿਖਣ ਦਾ ਕੰਮ ਨਾ ਇਹ ਬੜਾ ਮੁਸ਼ਕਿਲ ਹੈ। ਤੇ ਮੈਂ ਫਿਰ ਸੋਚਦਾ ਯਾਰ ਉਹ ਜਿਹੜਾ ਬੰਦਾ ਅੱਗੇ ਲਿਖਦਾ ਸੀ ਇੰਨੀਆਂ ਕਹਾਣੀਆਂ ਉਹ ਕਿੱਥੇ ਹੈ। ਮੈਂ ਕਿਹਾ ਵੀ ਉਹ ਬੁੜਾ ਹੋ ਗਿਆ, ਉਹਦੇ ਕੋਲ ਨਹੀਂ ਜਾਣ ਰਹੀ। ਫਿਰ ਮੈਂ ਕਿਹਾ ਕਹਾਣੀ ਕਿਵੇਂ ਲਿਖੀ ਜਾਂਦੀ ਹੈ। ਮੈਨੂੰ ਲੱਗਿਆ ਵੀ ਇਹ ਮੇਰੇ ਵੱਸ ਨਹੀਂ ਹੈ। ਮੈਂ ਅੱਜ ਤੋਂ ਕੋਈ 15 ਸਾਲ ਪਹਿਲਾਂ ਨੇ ਇੱਕ ਆਰਟੀਕਲ ਛਾਪ ਲਿਆ ਹੈ ਵੀ ਕਹਾਣੀ ਮੇਰੇ ਵੱਸ ਨਹੀਂ। ਯਾਨੀ ਕਹਾਣੀ ਮੈਂ ਲਿਖਦਾ, ਕਹਾਣੀ ਮੈਂ ਨਹੀਂ ਲਿਖਦਾ, ਉਹ ਮੇਰੇ ਤੋਂ ਲਿਖ ਹੋ ਜਾਂਦੀ ਹੈ। ਮਤਲਬ ਕੋਈ ਐਸੀ ਸ਼ਕਤੀ ਹੈ ਜਿਹੜੀ ਮੇਰੇ ਤੋਂ ਲਿਖਾਉਂਦੀ ਹੈ। ਜਦ ਉਹ ਸ਼ਕਤੀ ਤਗੜੀ ਹੁੰਦੀ ਹੈ ਉਹ ਮੇਰੇ ਤੇ ਹਾਵੀ ਹੋ ਜਾਂਦੀ ਹੈ। ਜਦ ਮੈਂ ਕਹਾਣੀ ਲਿਖ ਰਿਹਾ ਹੁੰਦਾ ਤੇ ਉਹ ਮੇਰੇ ਕੋਲ ਲਿਖੀ ਜਾਂਦੀ ਉਹ ਕਹਾਣੀ ਪੂਰੀ ਹੋ ਜਾਂਦੀ ਹੈ। ਉਹ ਕੌਣ ਸੀ ਲਿਖਣ ਵਾਲਾ? ਫਿਰ ਮੈਂ ਕਿਹਾ ਕੋਈ ਹੋਰ ਸੀ, ਮੈਂ ਹੀ ਨਹੀਂ। ਇਹੀ ਫਰਕ ਹੈ ਮੇਰੇ ਅੰਦਰ। ਕੋਈ ਕੀ ਹੈ ਸੀ ਲੁਕੀ ਹੋਇਆ ਕੋਈ। ਉਹ ਬੰਦਾ ਕਮਜ਼ੋਰ ਹੋ ਗਿਆ, ਉਹ ਹੁਣ ਨਹੀਂ ਲਿਖਾਉਂਦਾ। ਹੁਣ ਮੈਂ ਵੀ ਕਹਿਣਾ, ਮੈਂ ਕਿਹਾ ਹੁਣ ਕਿਸੇ ਤਰੀਕੇ ਨਾਲ ਕੋਈ ਯਾਨੀ ਆਰਟੀਕਲ ਵੀ ਉਹੀ ਲਿਖਾਉਂਦਾ ਕਈ ਵਾਰੀ ਤਾਂ ਆਦਮੀ 'ਚ ਨਹੀਂ ਆਪਣੀ ਯਾਨੀ ਰਚਨਾ ਹੈ ਜਿਹੜੀ ਨਾ, ਰਚਨਾਕਾਰੀ ਦਾ ਕੰਮ ਤਾਂ ਸਾਡੇ ਕੋਲ ਨਹੀਂ ਹੁੰਦਾ ਹੈ। ਸਾਡੇ ਕੋਲ ਕੋਈ ਹੋਰ ਸ਼ਕਤੀ ਹੁੰਦੀ ਹੈ ਉਸ ਵੇਲੇ ਰਚਨਾ ਕਰਨੀ ਹੁੰਦੀ ਹੈ, ਉਹ ਕਰਾਉਂਦੀ ਹੈ। ਇਸ ਤਰ੍ਹਾਂ ਹੁੰਦਾ ਹੈ। ਹਾਂ, ਕਾਫੀ ਹਾਊਸ ਤਾਂ ਬਹੁਤ ਬੜੀ ਚੀਜ਼ ਸੀ ਵੈਸੇ। ਕਾਫੀ ਹਾਊਸ ਨੂੰ ਮੈਂ ਹੁਣ ਵੀ ਯਾਦ ਕਰਦਾ। ਮੈਂ ਫੋਟੋਆਂ ਵੀ ਰੱਖੀਆਂ ਕਾਫੀ ਹਾਊਸ ਦੀਆਂ। ਕਾਫੀ ਹਾਊਸ ਦੇ ਵਿੱਚ ਜਿਹੜੇ ਬੈਠਣ ਵਾਲੇ ਲੋਕ ਸੀਗੇ ਉਹ ਹੋਰ ਸੀਗੇ ਤੇ ਹੋਰ ਸਾਡੇ ਕੋਲ ਯੰਗਰ ਜਨਰੇਸ਼ਨ। ਸਾਡਾ ਗਰੁੱਪ ਜਿਹੜਾ ਸੀ ਡੋਮੀਨੇਟ ਕਰਦਾ ਸੀ, ਬਹੁਤ ਹੀ ਆਉਂਦੇ ਸੀ। ਲੇਕਿਨ ਸਾਡਾ ਜਿਹੜਾ ਦੂਸਰਾ ਗਰੁੱਪ ਸੀਗਾ ਉਹਨਾਂ ਦੇ ਵਿੱਚ ਪਾਸ਼ ਸੀਗਾ, ਲੇਕਿਨ ਪਾਸ਼ ਕਾਫੀ ਹਾਊਸ ਆਉਣ ਵਾਲਾ ਨਹੀਂ ਸੀ। ਉਹ ਆਉਂਦਾ ਵੀ ਨਹੀਂ ਸੀਗਾ। ਉਹ ਕਦੇ ਕਦੇ ਆਉਂਦਾ ਸੀ ਐਵੇਂ ਬੈਠ ਕੇ ਕਿਸੇ ਨਾਲ ਦੋ ਗੱਲਾਂ ਕਰਕੇ। ਮਤਲਬ ਉਹ ਨਾ ਕਾਫੀ ਦਾ ਟੇਸਟ ਸੀ ਉਹਦੇ ਕੋਲ, ਨਾ ਉਹ ਦਾਰੂ ਦੂਰੂ ਪੀਣ ਵਾਲਾ ਸੀ। ਤੇ ਅਸੀਂ ਨਹੀਂ ਸੀ, ਮੈਂ ਨਹੀਂ ਸੀ ਦਾਰੂ ਪੀਂਦਾ। ਤੇ ਬਸ ਸਾਡੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਸੀ ਹੋਇਆ ਕਰਦੀ। ਥੋੜ੍ਹੀ ਬਹੁਤੀ ਐਵੇਂ ਗੱਲਬਾਤ ਰਸਮੀ ਤੌਰ 'ਤੇ ਕਦੇ ਹੋਣੀ, ਮਾੜੀ ਮੋਟੀ ਉਹਨੇ ਗੱਲ ਕਰ ਦੇਣੀ, ਬਸ ਫਿਰ ਚਲੇ ਜਾਣਾ। ਕੋਈ ਮੇਰੇ ਨਾਲ ਉਹਦੇ ਨਾਲ ਬਹੁਤਾ ਵਾਸਤਾ ਨਹੀਂ ਰਿਹਾ। ਮੈਂ ਨਹੀਂ ਫੈਸਲਾ ਕਰਦਾ ਵੀ ਮੈਂ ਕਹਿੰਦਾ ਕਵਿਤਾ ਕਹੀ ਜਿਹੀ ਵੀ ਹੋ ਸਕਦੀ ਹੈ, ਕੋਈ ਵੀ ਚੰਗਾ ਲਿਖ ਸਕਦਾ ਹੈ। ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕਿਸੇ ਨੂੰ ਬਹੁਤੀ ਸੂਝ ਹੈ ਜਾਂ ਇਹਨੂੰ ਪਤਾ ਹੈ ਸ਼ਾਇਰੀ ਕੀ ਹੁੰਦੀ ਹੈ। ਨਾ ਕਿਸੇ ਨੂੰ ਕਹਾਣੀ ਦਾ ਪਤਾ, ਨਾ ਕਿਸੇ ਦਾ ਸ਼ਾਇਰੀ। ਉਹ ਆਦਮੀ ਜਿਵੇਂ ਕਹਿੰਦੇ ਨੇ ਅਸੀਂ ਐਵੇਂ ਘੋੜੇ ਦੌੜਾਉਂਦੇ ਫਿਰਦੇ ਹਾਂ ਆਪਣੇ, ਪਤਾ ਨਹੀਂ ਹੈ ਕੋਈ ਕਿਸੇ ਕਿਵੇਂ ਹੋ ਜਾਂਦਾ, ਕਿਸੇ ਕੋਲ ਪਤਾ ਨਹੀਂ। ਉਹ ਕਰਦਾ ਸੀ ਆਪਣੇ ਪਿੰਡ, ਉਹ ਬੈਠਾ ਲਿਖੀ ਜਾਂਦਾ ਸੀ, ਮੈਂ ਤਾਂ ਸੁਣਦਾ ਹੁੰਦਾ ਸੀ। ਮੇਰੇ ਕੋਲ ਇੱਕ ਵਾਰੀ ਆਇਆ ਸੀ ਉਹ, ਇੱਕ ਵਾਰੀ ਅਸੀਂ ਗੱਲਾਂ ਕਿਤੇ ਕਰਦੇ ਸੀ ਬੈਠੇ ਉੱਥੇ ਦਾਰੂ ਦੀ ਜ਼ਿਆਦਾ ਗੱਲ ਕਰਦਾ ਸੀ, ਯਾਨੀ ਕੋਈ ਹੋਰ ਗੱਲ ਕਰ ਲਿਟਰੇਚਰ ਨਾਲ ਜ਼ਿਆਦਾ ਗੱਲ ਦਾਰੂ ਦੀ ਕਰਦਾ ਸੀ, ਜਾਂ ਹੋਰ ਇਹੋ ਜਿਹੇ ਪਿੰਡ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਮਤਲਬ ਅਸੀਂ ਜਿਵੇਂ ਕਹਿੰਦੇ ਮਾਹੌਲ ਕਰੀਦਾ ਹੁੰਦਾ ਇਹੋ ਜਿਹੀਆਂ ਗੱਲਾਂ ਮੈਂ ਨਹੀਂ ਸੀਰੀਅਸਲੀ ਨਹੀਂ ਕਦੇ ਉਹਦੇ ਨਾਲ ਕਦੇ ਗੱਲ ਕੀਤੀ। ਮੈਂ ਆਪ ਸੀਰੀਅਸ ਨਹੀਂ ਸੀ ਹੁੰਦਾ। ਬਹੁਤ ਠੀਕ ਹੈ ਜੋ ਗੱਲਾਂ ਕਰ ਰਿਹਾ, ਠੀਕ ਹੈ। ਮੈਨੂੰ ਜਰਨਲਿਸਟਾਂ ਨਾਲ ਬਹੁਤ ਨਫ਼ਰਤ ਹੈ। ਅੱਛਾ, ਮੈਨੂੰ ਅਖਬਾਰ ਜਿਹੜਾ ਕੰਮ ਕਰਨ ਵਾਲਾ ਤੇ ਜਿਹੜਾ ਰਾਈਟਰ ਬਣੀ ਫਿਰੀ ਜਾਂਦਾ, ਮੈਂ ਉਹਨੂੰ ਬਹੁਤ ਨਫ਼ਰਤ ਕਰਦਾ। ਪਰ ਦੇਖੋ ਵਕਤ ਨੇ ਕਿਹੋ ਜਿਹਾ ਧੱਕਾ ਮਾਰਿਆ, ਮੈਨੂੰ ਲਿਆ ਕੇ ਪੜਾ 26 ਸਾਲ ਨੌਕਰੀ ਕਰਨੀ ਪਈ। ਮੈਂ ਉੱਥੋਂ ਬਾਹਰ ਨਿਕਲ, ਮੈਂ ਉੱਥੇ ਮੇਰੇ ਕੋਲ ਰਾਈਟਰ ਆਉਂਦਾ ਸੀ, ਮੈਨੂੰ ਕਿਹਾ ਮੈਨੂੰ ਨਹੀਂ ਇੱਥੇ ਮਿਲਣਾ। ਫਿਰ ਮੈਂ ਆਪਣੇ ਸਾਰੇ ਕਲੀਗ ਸੀਗੇ ਨਾ ਜਿਹੜੇ ਉੱਥੇ ਐਡੀਟਰ ਸੀਗੇ, ਮੈਂ ਉਹਨੂੰ ਕਿਹਾ ਮੇਰੇ ਘਰ ਨਹੀਂ ਆਉਣਾ ਸੀ, ਮੇਰੇ ਘਰ ਨਹੀਂ ਸੀ ਕੋਈ ਵੀ ਆਉਂਦਾ। ਮੈਂ ਅਖਬਾਰ ਤੋਂ ਨਿਕਲਣ ਤੋਂ ਬਾਅਦ ਮੈਂ ਬਾਜ਼ਾਰ 'ਚ ਨਹੀਂ ਸੁਣਨ ਨੂੰ ਮਿਲਦਾ। ਜੇ ਕੋਈ ਮਿਲ ਜਾਂਦਾ ਸੀ ਨਾ ਲੰਘਦਾ ਹੋਇਆ, ਮੈਂ ਮੂੰਹ ਇਹਨੂੰ ਵੀ ਕਰ ਲੈਂਦਾ ਸੀ। ਅੱਛਾ, ਮੈਨੂੰ ਇੰਨੀ ਨਫ਼ਰਤ ਸੀ ਉਹਨਾਂ ਨਾਲ, ਹੁਣ ਵੀ ਹੈ।
ਮੈਂ ਅਖਬਾਰ ਨਿਵੀਸਾਂ ਨੂੰ ਬਹੁਤ ਨਫ਼ਰਤ ਕਰਦਾ, ਹੁਣ ਵੀ ਕਰਦਾ। ਲੇਕਿਨ ਦੇਖੋ ਫਕਰ ਇਹਨੂੰ ਕਹਿੰਦੇ ਵਕਰ ਨੇ ਮਾਰਿਆ ਤੇ ਕਸਾ ਅਖਬਾਰ 'ਚ ਵਾੜਤਾ। ਮੇਰੇ ਕੁਦਰਤ ਜਿਹੜੀ ਬਦਲਾ ਲੈਂਦੀ ਹੈ, ਮਾਂ ਬਦਲਾ ਵੀ ਤੂੰ ਇਹ ਨਹੀਂ ਕਰਦਾ, ਇੰਨਾ ਹੰਕਾਰ ਦਿਖਾਉਣਾ, ਤੈਨੂੰ ਦਿਖਾਉਂਦੇ ਆ ਹੁਣ ਜਲਵਾ, ਉਹੀ ਕੰਮ ਕਰਾਉਣਾ। ਭਾਈ ਅਖਬਾਰ ਨੇ ਜਿਹੜੇ ਨਾ ਇਹ ਤੁਸੀਂ ਐਵੇਂ ਇਹਨੂੰ ਸਮਝੀ ਬੈਠੇ ਹੋ ਵੀ ਤੁਹਾਡੇ ਵਾਸਤੇ ਇੱਕ ਰੱਬ ਬਣੇ ਹੋਏ ਨੇ। ਉਹ ਤਾਂ ਪੇਸ਼ਾ ਹੈ, ਇੱਕ ਧੰਦਾ ਹੈ, ਉਹਨਾਂ ਨੇ ਕਾਰੋਬਾਰ ਹੈ, ਉਹਨਾਂ ਨੇ ਕਾਰੋਬਾਰ ਕੀਤਾ, ਉਹਨਾਂ ਨੇ ਕੋਈ ਕਾਰੋਬਾਰ ਕਰਨਾ ਰੋਟੀ ਕਮਾਉਣ ਵਾਸਤੇ, ਅਤੇ ਰੋਟੀ ਕਮਾਉਣ ਉਹਨਾਂ ਨੂੰ ਅਖਬਾਰ ਕਰਨਾ ਆਉਂਦਾ ਸੀ। ਲਾਲਾ ਜਗਤ ਰਾਏ ਨੇ ਇਹ ਲਾਹੌਰ 'ਚ ਵੀ ਅਖਬਾਰ 'ਚ ਕੰਮ ਕੀਤਾ ਸੀ ਇਹਨਾਂ ਨੇ, ਉੱਥੇ ਪ੍ਰੈਸ ਵੀ ਸੀ ਇਹਨਾਂ ਦਾ ਲੱਗਿਆ ਲਾਹੌਰ 'ਚ। ਅਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ, ਉਹ 'ਚੋਂ ਪੈਸੇ ਕਮਾਉਣ ਲੱਗ ਗਏ। ਉਹਨਾਂ ਦਾ ਇੱਕ ਪੈਸਾ ਸੋਹਣਾ ਨੇ ਕਮਾ ਲਿਆ, ਉਹ 3 ਅਖਬਾਰ ਕੱਢ ਲਏ, 3 ਅਖਬਾਰ ਕੱਢ ਕੇ ਹੋਰ ਵਧਾ ਲਿਆ, ਮਤਲਬ ਵਧੀ ਜਾਂਦਾ ਸੀ ਉਹ। ਲੇਕਿਨ ਉਹਦੇ ਕੋਲ ਤੁਸੀਂ ਆਸ ਜਿਹੜੀ ਕਰੋ ਨਾ, ਸੁਸਾਇਟੀ ਆਸ ਕਰੇ ਵੀ ਇਹ ਰਿਫਾਰਮਿਸਟ ਨੇ, ਫਲਾਣਾ ਕਰਨਗੇ, ਲੋਕਾਂ ਦਾ ਗਰੀਬਾਂ ਦਾ ਬਾਰੇ ਸੋਚਣ, ਛੱਡੋ ਪਰੇ ਗੱਲ, ਐਵੇਂ ਲੋਕਾਂ ਨੂੰ ਪਤਾ ਨਹੀਂ ਹੈ ਇਸ ਗੱਲ ਦਾ। ਉਹ ਤਾਂ ਸਿਰਫ ਪੈਸਾ ਕਮਾਉਣ ਦਾ ਜ਼ਰੀਆ ਹੈ, ਪੇਸ਼ਾ ਹੈ ਇੱਕ ਉਹਨਾਂ ਦਾ। ਉਹਨਾਂ ਨੇ ਪੇਸ਼ਾ ਕਮਾਈ ਜਾਣਾ, ਕਰੀ ਜਾਣਾ ਪੇਸ਼ਾ। ਹੁਣ ਖਬਰਾਂ ਦੇ ਜਾਣੇ ਬਿਲਕੁਲ। ਮੈਂ ਤੁਹਾਨੂੰ ਇੱਕ ਉਹਨਾਂ ਦੀ ਮਿਸਾਲਾਂ ਦਾ ਬਹੁਤ ਨੇ ਮੇਰੇ ਕੋਲ, ਮੈਂ 26 ਸਾਲ ਕੰਮ ਕੀਤਾ ਉੱਥੇ। ਪਹਿਲੀ ਵਾਰੀ ਕੁਛ ਬੰਦਿਆਂ ਨੇ ਮਿਸਾਲਾਂ ਦੇ ਨਾਲ ਜਲੂਸ ਕੱਢਿਆ ਅਤੇ ਆਪਣੇ ਨਾਲ ਗਲ ਦੇ ਵਿੱਚ ਪੰਜਾਲੀ ਅਤੇ ਰੱਸੇ ਪਾਏ ਵੀ ਅਸੀਂ ਗੁਲਾਮ ਹੈ ਅਤੇ ਅਸੀਂ ਗੁਲਾਮੀ ਦੇ ਖਿਲਾਫ ਆਜ਼ਾਦੀ ਦਾ ਨਾਅਰਾ ਬੁਲੰਦ ਕਰਦੇ ਹਾਂ। ਉਹ ਬਾਗ 'ਚ ਉਹ 4-5 ਜਣੇ ਸੀ। ਉਹ ਕਰਦੇ ਹੋਏ ਉਹਨੇ ਬਾਹਰਲੇ ਪਾਸੇ ਮਿਸਾਲਾਂ ਵਾਲੀਆਂ, ਹਿੰਦ ਸਮਾਚਾਰ ਦੇ ਬਾਹਰਲੇ, ਉਹ ਹਿੰਦ ਸਮਾਚਾਰ ਦੇ ਕੋਲ 'ਚ ਹੀ ਲੰਘੇ। ਉਹ ਦਿਖਾਉਣਾ ਸੀ ਉਹਨਾਂ ਨੇ, ਅਤੇ ਹਿੰਦ ਸਮਾਚਾਰ ਉਹਨਾਂ ਨੇ ਫੋਟੋ ਖਿਚਵਾ ਲਈ, ਖਿੱਚ ਲਈ। ਉਹਨਾਂ ਕੋਲ ਫੋਟੋਗ੍ਰਾਫਰ ਹਰ ਵਕਤ ਰਹਿੰਦਾ ਸੀ, ਫੋਟੋ ਖਿੱਚ ਲਈ, ਫੋਟੋ ਖਿੱਚ ਕੇ ਲੈ ਆਉਂਦਾ ਅਤੇ ਲੈ ਕੇ ਦੇਣ ਲੱਗ ਗਏ ਪਾਉਣ ਵਾਸਤੇ ਵੀ ਇਹ ਛਾਪ ਦਿਓ। ਮੈਂ ਕਿਹਾ ਸੀ ਨਾ ਛਾਪੋ, ਨਹੀਂ ਛਾਪਣੀ ਚਾਹੀਦੀ ਇਹਨਾਂ ਦੀ, ਇਹ ਤਾਂ ਤਮਾਸ਼ਾ। ਮੈਂ ਉਹਨੇ ਜਾਣਾ ਸੀ, ਉਹਨਾਂ 'ਚ ਇੱਕ ਕਾਮਰੇਡ ਸੀਗਾ ਜਿਹੜਾ ਪਿਛਲੇ 22 ਸਾਲਾਂ ਤੋਂ ਕਾਮਰੇਡ ਸੀ, ਮੇਰਾ ਦੋਸਤ ਸੀ। ਉਹ ਬਹੁਤ ਮਿੱਠਾ ਆਦਮੀ, ਬਹੁਤ ਸਾਊ ਆਦਮੀ, ਇੰਨਾ ਸਾਊ ਜੱਟ ਮੈਂ ਦੇਖੇ ਨਹੀਂ ਜ਼ਿੰਦਗੀ, ਇੰਨਾ ਸਾਊ ਸੀ ਉਹ। ਅਤੇ ਉਹ ਆਦਮੀ ਅੱਤਵਾਦੀ ਬਣ ਗਿਆ ਜੀ, ਉਹ ਖਾਲਿਸਤਾਨੀ ਬਣ ਗਿਆ। ਅੱਛਾ, ਪਤਾ ਨਹੀਂ ਕਿ ਉਹਨੇ ਨਾਵਲ ਵੀ ਲਿਖਿਆ ਸੀ, ਇੱਕ ਐਡਾ ਮੋਟਾ ਨਾਵਲ ਲਿਖਿਆ ਸੀਗਾ। ਉਹ ਨਾਵਲ ਨੂੰ ਕਿਸੇ ਨੇ ਪੁੱਛਿਆ ਨਹੀਂ ਹੈ, ਉਹ ਉਹਨਾਂ ਦੇ ਵਿੱਚ ਸੀ। ਮੈਂ ਦੇਖਿਆ ਬਾਹਰ ਨਿਕਲ ਕੇ ਤਾਕੀ ਵਿੱਚੋਂ ਦੇਖਿਆ, ਉਹ ਉਹਨਾਂ ਦੇ ਵਿੱਚ ਸੀਗਾ। ਅਤੇ ਉਹ ਆ ਕੇ ਫਿਰ ਉਹਦਾ ਮਤਲਬ ਮੈਂ ਉਹ ਆਦਮੀ ਦਾ ਮਤਲਬ ਵੀ ਇਸੇ ਤਰ੍ਹਾਂ ਹੀ ਹੁੰਦਾ, ਮੈਂ ਕੋਈ ਬਣਨਾ। ਉਹ ਕਾਮਰੇਡ ਨਾਲ ਅੱਛਾ ਬਣ ਸਕਿਆ, ਉਹ ਖਾਲਸਾਨੀ ਅੱਛਾ ਬਣ ਗਿਆ। ਕੁਛ ਬਣਨਾ ਉਹਨੇ, ਕੁਛ ਯਾਨੀ ਮੈਂ ਇੱਕ ਖਾਸ ਗੱਲ ਦੱਸਾਂ, ਇੱਕ ਲਫ਼ਜ਼ ਮੈਨੂੰ ਹੋਰ ਯਾਦ ਆਇਆ ਸੀਗਾ ਭਗਤ ਸਿੰਘ ਬਾਰੇ। ਮੈਂ ਭਗਤ ਸਿੰਘ ਦੀ ਕਿਤਾਬ ਦਾ ਇੱਕ ਤਰਜਮਾ ਕੀਤਾ ਸੀਗਾ ਉਰਦੂ 'ਚ, ਹਾਂ ਪੰਜਾਬੀ 'ਚ। ਉਹਦੇ 'ਚ ਉਹਨੇ ਲਿਖਿਆ ਸੀ, ਕਹਿੰਦਾ ਮੈਂ ਚਾਹੁੰਦਾ ਮੈਂ ਅਖਬਾਰ ਦੀ ਹੈਡਲਾਈਨ ਮੰਗੂ, ਅਖਬਾਰ 'ਚ ਮੇਰੀ ਹੈਡਲਾਈਨ ਛਪੀ ਹੋ, ਮੇਰੀ ਫੋਟੋ ਲੱਗੀ ਹੋ। ਅੱਛਾ ਅੱਛਾ, ਇਹ ਜਿਹੜੀ ਖਾਸ਼ ਹੈ ਨਾ ਬੰਦੇ 'ਚ, ਇਹ ਕੰਮ ਕਰਾਉਂਦੀ ਹੈ ਸਾਰੇ। ਉਹ ਕਿਸੇ ਤਰੀਕੇ ਨਾਲ ਵੀ ਉਹ ਸੁਰਖੀ ਬਣਨਾ ਚਾਹੁੰਦਾ ਸੀ, ਹੈਡਲਾਈਨ ਬਣਨਾ ਚਾਹੁੰਦਾ ਸੀ, ਚਾਹੇ ਕੁਛ ਵੀ ਕਰਾਂ ਮੈਂ। ਇਸੇ ਤਰ੍ਹਾਂ ਹੀ ਸਾਡਾ ਦੋਸਤ ਸੀਗਾ, ਉਹ ਕਾਮਰੇਡ ਨਾ ਬਣ ਸਕਿਆ, ਮਤਲਬ ਕਮਿਊਨਿਸਟ ਸੀਗਾ, ਪਾਰਟੀ ਦਾ ਸਿੰਪੈਥਾਈਜ਼ਰ ਸੀਗਾ, ਪੈਸੇ ਦਿੰਦਾ ਸੀਗਾ, ਉਹ ਨਾ ਬਣ ਸਕਿਆ ਅਤੇ ਉਹ ਖੁਦ ਨੂੰ ਬਣ ਗਿਆ, ਖਾਲਿਸਤਾਨੀ ਬਣ ਗਿਆ। ਹੁਣ ਉਹਦੀ ਚੜ੍ਹਤ ਹੋ ਗਈ। ਫਿਰ ਉਹ ਜਾ ਕੇ ਉਹ ਆਦਮੀ ਸੀ, ਮੈਂ ਉਹਦਾ ਨਾਂ ਹੀ ਭੁੱਲ ਗਿਆ, ਬਹੁਤ ਪਿਆਰਾ ਆਦਮੀ ਸੀ, ਇੰਨਾ ਪਿਆਰਾ ਆਦਮੀ। ਉਹ ਦਾਰੂ ਪੀ ਕੇ ਵੀ ਨਹੀਂ ਲੜਦਾ ਸੀ, ਜੱਟ ਦਾ ਪੁੱਤ ਸੀ, ਤਾਂ ਵੀ ਨਹੀਂ ਸੀ ਲੜਦਾ। ਉਹ ਜਾ ਕੇ ਫਿਰ ਅੰਦਰ ਉਹਦੇ 'ਚ ਵੜ ਗਿਆ ਦਰਬਾਰ ਸਾਹਿਬ 'ਚ। ਅੱਛਾ, ਵਿੱਚੇ ਰਿਹਾ। ਫਿਰ ਜਾਂ ਗੋਲੀਆਂ ਗਾਲੀਆਂ ਚੱਲੀਆਂ, ਜਦ ਵੀ ਵਿੱਚ ਸੀ ਉਹ। ਫਿਰ ਉਹਨੇ ਉੱਥੋਂ ਪਾਕਿਸਤਾਨ ਨੂੰ ਉਹਨੇ ਉਹ ਸਾਰਾ ਉਹਨੇ ਰਾਤ ਨੂੰ ਜਦੋਂ ਕਿਹਾ ਵੀ ਹੁਣ ਸਾਡਾ ਅਸੀਂ ਮਰ ਜਾਂਗੇ, ਫਿਰ ਉਹ ਰਾਤ ਨੂੰ ਨਿਕਲਿਆ। ਅੱਛਾ ਅੱਛਾ, ਪਾਕਿਸਤਾਨ ਤੋਂ ਸਿੱਧਾ ਰਾਹ ਉਹਨਾਂ ਦਾ ਬੰਦੇ ਸੀ, ਪਾਕਿਸਤਾਨੀ ਬੰਦੇ ਜਿਹੜੇ ਲੈ ਕੇ ਜਾਂਦੇ ਸੀ ਉਹਨੂੰ। ਇਹ ਬਾਅਦ ਸਾਰੀਆਂ ਗੱਲਾਂ ਬੱਚਿਆਂ ਬਾਅਦ 'ਚ ਦੱਸੀਆਂ ਉਹਨੇ। ਪਾਕਿਸਤਾਨ ਜਾ ਕੇ ਚਲੇ ਗਿਆ, ਉੱਥੇ ਫਿਰ ਰਿਹਾ ਪਾਕਿਸਤਾਨ 'ਚ ਉਹ ਬੜਾ ਚਿਰ। ਉੱਥੇ ਜਦ ਜਿੱਥੇ ਜਾਂਦੇ ਸੀ ਨਾ, ਉੱਥੇ ਮੇਰੇ ਬਾਰੇ ਗੱਲਾਂ ਕਰਿਆ ਕਰੇ, ਪੁੱਛਿਆ ਕਰੇ ਕਿੱਥੇ ਆ ਹੁਣ ਉਹ, ਕੀ ਹਾਲ ਹੈ। ਅਸੀਂ ਵੀ ਹਾਲ ਪੁੱਛਦੇ ਸੀ ਉਹਦਾ, ਕੀ ਹਾਲ ਹੈ। ਵੈਸੇ ਮਾੜੀ ਹਾਲਤ ਸੀ। ਦੇਖੋ ਪਾਕਿਸਤਾਨ 'ਚ ਆਦਮੀ ਬੱਚਿਆਂ ਨੂੰ ਛੱਡ ਕੇ, ਉਹਦੀ 5-6 ਕੁੜੀਆਂ ਸੀਗੀਆਂ, ਧੀਆਂ। ਮੈਨੂੰ ਬੜਾ ਤਰਸ ਆਉਂਦਾ ਸੀ, ਮੈਂ ਕਿਹਾ ਦੇਖੋ ਐਡੀਆਂ ਧੀਆਂ ਦਾ ਬਾਪ ਹੈ, ਉਹ ਬੈਠਾ ਹੁਣ ਕਿਤੇ
ਆਪਣੀ ਪਤਾ ਨਹੀਂ ਹਉਮੈ 'ਚ ਬੈਠਾ ਉੱਥੇ, ਨਹੀਂ ਤਾਂ ਆਪਣੀ ਕੁੜੀਆਂ ਦਾ ਕਿਤੇ ਵਿਚਾਰ ਕਰਦਾ, ਕਿਤੇ ਵਿਆਹ ਕਰਦਾ, ਕਿਸੇ ਹੋਰ ਕਰਦਾ। ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਤੂੰ ਤਾਂ ਐਵੇਂ ਬਹੁਤਾ ਤਰਸਵਾਨ ਹੋ ਜਾਂਦਾ, ਉਹ ਕੁੜੀਆਂ ਕੋਲ ਤਾਂ ਪੈਸੇ ਹੀ ਬਹੁਤ, ਉਹਦੀ ਮਾਂ ਕੋਲ ਪੈਸਾ ਬਹੁਤ ਆ ਗਿਆ, ਤਾਂ ਉਹਨੇ ਕੁੜੀਆਂ ਵਿਆਹ ਵੀ ਦਿੱਤੀਆਂ ਸਾਰੀਆਂ, ਉਹ ਦੇਤੇ ਹੋਣੇ ਨਾ ਫਿਰ ਉਹਨਾਂ ਨੇ। ਹਾਂ ਜਥੇਬੰਦੀ। ਮੈਂ ਕਿਹਾ ਚਲੋ ਕੋਈ ਨਾ, ਠੀਕ ਹੈ, ਹੋ ਤਾਂ ਗਿਆ। ਮੈਂ ਫਿਰ ਵੀ ਉਹਦਾ ਭਲਾ ਚਾਹੁੰਦਾ ਸੀਗਾ। ਉਹ ਆਦਮੀ ਬਹੁਤ ਅੱਛਾ ਸੀ, ਆਦਮੀ ਪਤਾ ਨਹੀਂ ਕੀ ਹੋ ਜਾਂਦਾ ਉਹਨੂੰ, ਬਸ ਇਸੇ ਤਰ੍ਹਾਂ ਸੁਰਖੀ ਬਣਨਾ ਚਾਹੁੰਦਾ, ਬਸ ਉਹ ਅੰਦਰ ਦੀ ਆ ਜਾਂਦੀ ਹੈ ਨਾ ਵੀ ਮੈਂ ਹੈਡਲਾਈਨ ਬਣਨਾ ਚਾਹੁੰਦਾ, ਹੈਡਲਾਈਨ ਬਣਨਾ ਚਾਹੁੰਦਾ। ਭਗਤ ਸਿੰਘ 'ਚ ਵੀ ਪਾਸਟ 'ਚ ਵੀ ਇਹ ਹੈਗੀ, ਬਿਲਕੁਲ ਇਹੀ ਸਾਰੇ 'ਚ ਇਹੀ ਹੁੰਦਾ, ਹੈਡਲਾਈਨ ਬਣਨਾ ਚਾਹੁੰਦਾ। ਅੱਛਾ, ਫਿਰ ਉਹ ਉੱਥੇ ਜਾ ਕੇ ਫਿਰ ਉਹ ਪਾਕਿਸਤਾਨ 'ਚ ਵੀ ਰਹਿ ਕੇ ਨਾ, ਜਿਸ ਵੇਲੇ ਆਇਆ ਮੈਂ ਫਿਰ ਪਤਾ ਕੀਤਾ ਕਿ ਦੋਸਤ ਨੂੰ ਕਿਹਾ, ਮੈਂ ਕਿਹਾ ਜਾ ਪਤਾ ਕਰਕੇ ਆ ਮੈਨੂੰ ਦੱਸ। ਉਹਨੇ ਦੋਸਤ ਨੇ ਦੱਸਿਆ, ਕਹਿੰਦਾ ਹੁਣ ਉਹ ਇੰਨਾ ਬਿਮਾਰ ਹੈ, ਅੱਛਾ, ਉਹਦਾ ਸਾਰਾ ਜਿਸਮ ਉਹਨੂੰ ਝੋਲਾ ਹੋ ਗਿਆ। ਅੱਛਾ, ਉਹ ਝੋਲਾ ਹੋ ਗਿਆ, ਪਤਾ ਨਹੀਂ ਕਿਹੜੀ ਮਾਨਸਿਕ ਤੌਰ ਤੇ ਆਦਮੀ ਵਿਗੜ ਜਾਂਦਾ, ਹੋ ਜਾਂਦਾ। ਹਾਂ, ਝੋਲਾ ਹੋ ਗਿਆ। ਝੋਲੇ ਨਾਲ ਕਹਿੰਦਾ ਬਸ ਹੁਣ ਉਹ ਕੁਛ ਚਿਰਾਂ ਦਾ ਮਹਿਮਾਨ ਹੈ। ਜਦੋਂ ਬੰਦਾ ਜੋਸ਼ 'ਚ ਕਰ ਜਾਂਦਾ। ਨਕਸਲਾਈਟ ਮੂਵਮੈਂਟ 'ਚ ਵੀ ਇਹੀ ਗੱਲ ਸੀ, ਇਸੇ ਤਰ੍ਹਾਂ ਹੀ ਬੰਦੇ ਚਾਹੁੰਦੇ ਸੀ। ਹੋਰ ਕੋਈ ਇਨਕਲਾਬ ਦਾ ਕੋਈ ਪਤਾ ਨਹੀਂ, ਕੋਈ ਤਸੱਵਰ ਹੀ ਨਹੀਂ ਸੀ ਕਿਸੇ ਕੋਲ ਵੀ ਕਿਵੇਂ ਇਨਕਲਾਬ ਆਉਂਦਾ, ਕਿਵੇਂ ਹੈ, ਕਿਵੇਂ ਹੁੰਦਾ ਹੈ। ਮੈਂ ਵੀ ਇਹਦੇ ਦਿਲਚਸਪੀ ਸੀ ਮੈਨੂੰ ਨਕਸਲਾਈਟ ਮੂਵਮੈਂਟ 'ਚ। ਮੈਂ ਵੀ ਉਹਨਾਂ 'ਚ ਮੈਂ ਵੀ ਦੋ ਕਰਾਤਾਂ ਲਾ ਕੇ ਆਏ ਸੀ। ਅੱਛਾ, ਤਜਰਬਾ ਜੇਲ੍ਹ ਦਾ। ਉਹ ਐਵੇਂ ਸੀ, ਉਹ ਸਗੋਂ ਮੇਰਾ ਐਕਸਪੀਰੀਅੰਸ ਬਣ ਗਿਆ ਸੀ। ਜਿਸ ਵੇਲੇ ਮੈਨੂੰ ਉਹਨਾਂ ਨੇ ਛੱਡਿਆ ਨਾ, ਤੇ ਮੇਰੇ ਅਖਬਾਰ ਦੇ ਐਡੀਟਰ ਨੇ ਉਹਨਾਂ ਨੂੰ ਫੋਨ ਕੀਤਾ, ਇੱਥੇ ਚੀਫ ਸੈਕਟਰੀ ਨੂੰ ਦਿੱਲੀ ਚੰਡੀਗੜ੍ਹ, ਵੀ ਤੁਸੀਂ ਸਾਡੇ ਬੰਦੇ ਕਿਉਂ ਫੜੇ ਹੋਏ ਨੇ? ਇੱਕ ਹੋਰ ਬੰਦਾ ਸੀ, ਕਾਮਰੇਡ ਸੀ, ਹਿੰਦੀ ਦਾ ਸੀ ਉਹ, ਵੀ ਕਿਉਂ ਫੜੇ ਹੋ ਤੁਸੀਂ ਇੰਨੇ ਦਿਨਾਂ ਤੋਂ, ਅੰਦਰ ਕੀਤੇ ਹੋਏ ਨੇ? ਉਹ ਕਹਿੰਦੇ ਜੀ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਣਾ। ਕਹਿੰਦਾ ਕ੍ਰਾਈਮ ਕੀਤਾ ਫਿਰ ਮੁਕੱਦਮਾ ਚਲਾਓ, ਮੁਕੱਦਮੇ ਤੋਂ ਬਿਨਾਂ ਕਿਵੇਂ ਤੁਸੀਂ ਅੰਦਰ ਰੱਖ ਸਕਦੇ ਹੋ? ਉਸੇ ਵੇਲੇ ਉਹਨੇ ਕਹਿਤਾ, ਕਹਿੰਦਾ ਕੱਢੋ ਉਹਨਾਂ ਨੂੰ ਬਾਹਰ। ਉਹਨਾਂ ਨੇ ਕੀ ਕਰਨਾ ਹੈ, ਉਹ ਗੋਲੀਆਂ ਚਲਾਉਣ ਵਾਲੇ ਨੇ ਬੰਦੇ। ਉਹ ਸਾਨੂੰ ਸ਼ਾਮ ਨੂੰ ਬਾਹਰ ਕੱਢਦਾ, ਜਾਓ ਕਰਨ। ਉਸ ਤੋਂ ਬਾਅਦ ਫਿਰ ਤੁਸੀਂ ਗਏ ਹੈ ਮੂਵਮੈਂਟ 'ਚ? ਫਿਰ ਨਹੀਂ ਗਏ ਨਾ, ਕੋਈ ਮੂਵਮੈਂਟ ਖਤਮ ਹੋ ਗਈ ਸਾਰੀ ਮੂਵਮੈਂਟ। ਮਤਲਬ ਇਹ ਸੀ ਨਾ, ਮੂਵਮੈਂਟ ਆਪਣੇ ਆਪ ਹੀ ਖਤਮ ਹੋ ਗਈ ਸਾਰੀ। ਮੇਰੇ ਸਾਰੇ ਦੋਸਤ, ਕੇਵਲ ਕੌਰ ਮੇਰੀ ਤਾਂ ਹੀ ਦੋਸਤ ਹੈ, ਬਹੁਤ ਦੋਸਤੀ ਸੀ ਮੇਰੀ। ਅਸੀਂ ਫਿਰ ਬਹੁਤ ਜਾਂਦੇ ਇਕੱਠੇ। ਕੇਵਲ ਨੂੰ ਵੀ ਕੁੱਤਿਆਂ ਦਾ ਸ਼ੌਕ ਸੀ, ਮੇਰੇ ਕੋਲ ਕੁੱਤੇ ਰੱਖਿਆ ਸੀ, ਮੇਰੇ ਕੁੱਤਾ ਚੱਕ ਕੇ ਲੈ ਜਾਂਦੇ ਸੀ ਉਹ। ਫਿਰ ਅਸੀਂ ਚਲੇ ਗਏ, ਫਿਰ ਚਲੀ ਗਈ ਉੱਥੇ ਉੱਧਰਲੇ ਪਾਸੇ, ਉਹ ਸਸਤੀਆਂ ਜ਼ਮੀਨਾਂ ਉੱਥੇ ਲੈ ਕੇ ਨਾ, ਕੋਈ ਪਲਾਟ 'ਚ ਉੱਥੇ ਜਾ ਕੇ ਰਹਿਣ ਲੱਗ ਗਈ ਸੀ, ਛੋਟਾ ਜਿਹਾ ਘੋਟੜਾ ਪਾ ਕੇ। ਮੈਂ ਉੱਥੇ ਵੀ ਜਾਂਦਾ ਰਿਹਾ, ਦੋਸਤੀ ਸੀ ਗੱਲਾਂ ਬਾਤਾਂ ਕਰਨ ਵਾਸਤੇ, ਤੇ ਉੱਥੇ ਹੀ ਬੜੀਆਂ ਗੱਲਾਂ ਕਰਦੇ ਸੀ, ਬਹੁਤ ਅੱਛੀਆਂ ਗੱਲਾਂ ਕਰਦੇ, ਅੱਛੀ ਔਰਤ ਸੀ। ਇਹ ਆਮ ਬਾਹਰ ਬੈਠੇ ਹੋਏ ਆਦਮੀ ਸਮਝਦੇ ਵੀ ਇਹ ਜਿਵੇਂ ਨਾ, ਇਹ ਜਿਹੜਾ ਅੱਖੜ ਤੀਵੀਂ ਹੈ, ਇਹ ਬਦਮਾਸ਼ ਹੈ। ਅੱਖੜ ਹੋਣਾ ਬਦਮਾਸ਼ ਥੋੜ੍ਹੀ ਹੁੰਦਾ, ਬਸ ਇਸੇ ਤਰ੍ਹਾਂ ਹੀ ਹੋਰ ਕਾਮਰੇਡ ਸੀਗੇ। ਲੇਕਿਨ ਇਹਨਾਂ ਦਾ ਵੀ ਕਾਮਰੇਡ ਦਾ ਕੋਈ ਮਨਸ਼ਾ, ਕੋਈ ਵੱਡਾ ਕੋਈ ਇਰਾਦਾ, ਕੁਛ ਕਰਨ ਦਾ ਪਤਾ ਹੀ ਨਹੀਂ ਸੀ ਵੀ ਜਾਣਾ ਕਿੱਥੇ ਹੈ, ਕੋਈ ਮੰਜ਼ਿਲ ਨਹੀਂ ਸੀ ਇਹਨਾਂ ਕੋਲ ਵਿਚਾਰਿਆਂ ਕੋਲ। ਠੀਕ ਹੈ, ਹਾਂ, ਉਹ ਦਸਤਾਵੇਜ਼ ਵੀ ਦਰਅਸਲ ਐਵੇਂ ਕਿਸੇ ਰਿਪੋਰਟਾਜ ਜੀ ਹੁੰਦੀ ਹੈ, ਇਹੋ ਜਿਹੀ ਬਣੀ ਹੋਈ ਚੀਜ਼ ਸੀ। ਕੁਛ ਮੇਰੇ ਕੋਲ ਇਕੱਠਾ ਹੋ ਗਿਆ, ਫਿਰ ਬਣਾ ਲਿਆ ਮੈਂ ਵੀ ਇਸ ਤਰ੍ਹਾਂ। ਫਿਰ ਕਿਸੇ ਨੂੰ ਪੁੱਛਿਆ, ਦਰਅਸਲ ਮੈਨੂੰ ਉਹਨੇ ਇੱਕ ਉਹ ਛਾਪਣ ਵਾਸਤੇ ਵੀ ਪਬਲਿਸ਼ਰ ਤਿਆਰ ਹੋ ਗਿਆ ਦੇਣ ਵਾਸਤੇ ਵੀ, ਕਿਉਂਕਿ ਮੇਰੀ ਨਾ ਕਿਤਾਬ ਦੀ ਕੀਮਤ ਥੋੜ੍ਹੀ ਜਿਹੀ ਪੈਣ ਲੱਗ ਗਈ ਸੀਗੀ। ਮੇਰੀਆਂ ਨਾ ਕਿਤਾਬਾਂ ਬਹੁਤ ਸਾਰੀਆਂ MA ਦੇ ਕੋਰਸਾਂ 'ਚ ਲੱਗ ਗਈਆਂ ਸੀ ਕਹਾਣੀਆਂ ਦੀਆਂ। ਹਾਂ, ਸਾਰੀਆਂ ਯੂਨੀਵਰਸਿਟੀਆਂ 'ਚ ਲੱਗੀਆਂ ਸੀ MA ਦੇ ਕੋਰਸਾਂ। ਅਤੇ ਉਹਦੇ ਨਾਲ ਮੈਨੂੰ ਇੱਕ ਫਾਇਦਾ ਹੋ ਗਿਆ, ਅਤੇ ਉਹ ਫਾਇਦਾ ਮੈਨੂੰ ਪੈਸੇ ਦਾ ਹੋ ਗਿਆ। ਮੇਰਾ ਪਬਲਿਸ਼ਰ ਫਿਰ ਬਣ ਗਿਆ ਆਪਣਾ ਲੋਕ ਗੀਤ ਵਾਲੇ। ਇਹਨਾਂ ਨੇ ਫਿਰ ਮੇਰੀਆਂ ਕਿਤਾਬਾਂ ਸਾਰੀਆਂ ਮੁੜ ਕੇ ਛਾਪੀਆਂ, ਅਤੇ ਮੈਨੂੰ 20,000 ਰੁਪਇਆ ਕਿਤਾਬ ਦਿੰਦੇ। ਮੇਰੀਆਂ ਕੋਈ ਕਿਤਾਬਾਂ 12-13 ਛਾਪਦੀਆਂ ਇਹਨਾਂ ਨੇ, ਦੇਖ ਲਓ ਕਿੰਨੇ ਕੁ ਪੈਸੇ ਬਣ ਗਏ। ਅੱਛਾ, ਫਿਰ ਇਹਨਾਂ ਨੇ ਕਿਹਾ ਵੀ ਤਰਜਮਾ ਕਰ ਦਿਆ ਕਰੋ ਸਾਡੇ ਵਾਸਤੇ। ਮੈਂ ਕਿਹਾ ਲਿਓ ਤਰਜਮਾ ਕਰਦਾ। ਮੈਂ ਤਰਜਮੇ ਕਰਕੇ ਇਹਨੂੰ 12-13 ਕਿਤਾਬਾਂ ਦੇ ਦਿੱਤੀਆਂ, ਉਹਦਾ 20,000 ਰੁਪਇਆ। ਕਿੰਨੇ ਪੈਸੇ ਕਮਾ ਲਏ। ਲੋਕ ਕਹਿੰਦੇ ਭੁੱਖੇ ਮਰਦੇ ਲਿਖ ਕੇ। ਮੈਨੂੰ 10 ਲੱਖ ਰੁਪਈਆ ਤਾਂ ਮੈਨੂੰ ਇਹਨਾਂ ਨੇ ਲੋਕ ਦਿੰਦੇ। ਅੱਛਾ, ਫਿਰ ਪਤਾ ਨਹੀਂ ਕਿਆ ਹੋਇਆ, ਮੈਂ ਕੋਈ ਚੰਗਾ ਹੀ ਲੱਗਦਾ, ਮੈਨੂੰ ਅਵਾਰਡ 10 ਲੱਖ ਦੇ ਮਿਲ ਗਏ। ਅੱਛਾ, ਬੜੇ ਅਵਾਰਡ ਮਿਲੇ ਮੈਨੂੰ, ਆਪੇ ਬੈਠੇ। ਹਾਲੇ ਮੈਂ 50,000 ਰੁਪਇਆ ਲੈਣਾ ਸੈਂਟਰ ਗੌਰਮੈਂਟ ਤੋਂ। ਅੱਛਾ, ਸਾਹਿਤ ਅਕੈਡਮੀ ਨੇ ਮੈਨੂੰ ਇਹ ਅਵਾਰਡ ਦਾ ਐਲਾਨ ਕੀਤਾ ਹੋਇਆ, ਟਰਾਂਸਲੇਸ਼ਨ ਦਾ 50,000 ਦਾ।
ਉਹ ਹਾਲੇ ਲੈਣਾ ਹੈ। ਅੱਛਾ, ਉਹ ਐਲਾਨ ਹੋ ਗਿਆ। ਬੜਾ ਚਿਰ ਹੋ ਗਿਆ, 6 ਮਹੀਨੇ ਹੋ ਗਏ। ਇਹ ਵਾਰਡਾਂ ਬਾਰੇ ਜਿਹੜਾ ਕਹਿੰਦੇ ਲੋਕੀ ਕੋਈ ਤਿਕੜਮ ਲੜਾਉਣੀ ਪੈਂਦੀ ਆ, ਕੋਈ ਸਿਫਾਰਿਸ਼, ਕਈਆਂ ਨੂੰ ਲੋੜ ਪੈਂਦੀ ਹੋਣੀ, ਲੜਦੇ ਰਹਿਣਗੇ। ਤੁਹਾਨੂੰ ਨਹੀਂ ਲੋੜ ਪਈ? ਮੈਨੂੰ ਤਾਂ ਘਰ ਆ ਕੇ ਮਿਲਾਉਂਦੇ ਨੇ। ਅੱਛਾ ਅੱਛਾ। ਤੁਸੀਂ ਇੱਕ ਅਵਾਰਡ ਮੇਰਾ 10 ਲੱਖ ਦਾ ਸੀ, ਸਾਹਿਤ ਰਤਨ ਪੰਜਾਬ ਸਰਕਾਰ ਦਾ ਸੀ। ਉਹ ਮੁੜ ਕੇ ਉਹਨਾਂ ਨੇ 5 ਲੱਖ ਉਹ ਬੰਦੇ ਕਰਤਾ। ਬੰਦੇ ਇੱਕ ਵਾਰੀ ਦੇ ਕੇ ਇੱਕੋ ਵਾਰੀ ਦਿੱਤਾ, ਮੁੜ ਕੇ ਖਾਲੀ ਹੋ ਗਈ। ਮੇਰੇ ਤਾਂ ਧੱਕੇ ਨਾ ਆਏ ਨੇ, ਉੱਪਰੋਂ ਆਏ ਮੋਗੇ ਵਿੱਚ ਹੀ ਸਿੱਟੀ ਗਏ ਲਾਏ। ਅੱਛਾ ਹਾਂ, ਪਤਾ ਨਹੀਂ ਉਹ ਮੈਂ ਕਿਉਂ ਆਂਦੇ ਆ ਜੀ ਤਿਕੜਮ ਲੜਾਉਣੀ ਪੈਂਦੀ ਹੈ ਜੀ? ਹੋਣੀ ਆ, ਕਿਸੇ ਨੂੰ ਲੋੜ ਹੋਣੀ ਆ ਇਸੇ ਤਰ੍ਹਾਂ ਦੀ। ਮਤਲਬ ਕੋਈ ਹੈ ਇਦਾਂ ਦਾ? ਮੇਰਾ ਖਿਆਲ ਹੈ ਇਸੇ ਤਰ੍ਹਾਂ ਹੀ ਹੈ। ਜਿਵੇਂ ਮੈਨੂੰ ਕਹਾਣੀ ਸੋਚਦੀ ਹੈ ਉਸ ਮੈਨੂੰ ਤਾਂ ਲੱਗਦਾ ਵੀ ਜਿਵੇਂ ਕਹਾਣੀ ਸੋਚਦੀ ਹੈ ਨਾ ਆਪਣੇ ਆਪ ਹੀ, ਇਸ ਤਰ੍ਹਾਂ ਹੀ ਕੁਛ ਹੋ ਗਿਆ ਹੈ। ਬਸ ਆਪਣੇ ਆਪ ਆਈ ਗਏ, ਆਪੇ ਭਾਈ ਆਈ ਗਏ। ਉਹ ਮੈਂ ਹੱਸੀ ਜਾਂਦਾ ਸੀ, ਮੈਂ ਕਿਹਾ ਦੇਖੋ ਕਿਵੇਂ ਪੈਸੇ ਆਈ ਜਾਂਦੇ ਨੇ, ਦੇਖੋ। ਸੁਰਜੀਤ ਹਾਸਨ ਨਾਲ ਕੋਈ ਗੱਲਬਾਤ ਸੁਣਾਓ। ਉਹ ਬਹੁਤ ਬਾਂਕਾ ਆਦਮੀ ਸੀ। ਮੇਰੇ ਉਹ ਇੱਕ ਗੱਲ ਦੱਸਣ ਵਾਲੀ ਆ, ਹੋਰ ਤਾਂ ਬਾਕੀ ਦੋਸਤੀਆਂ ਦਾ ਫੜੇ ਮਾਰਦਾ। ਦੋਸਤੀਆਂ ਸੀ, ਮੇਰੀ ਬਹੁਤ ਪੁਰਾਣੀ ਦੋਸਤੀ ਸੀ, ਬੜੀ ਮੁਹੱਬਤ ਸੀ ਸਾਡੀ। ਮੈਂ ਹਰ 21 ਦਿਨਾਂ ਬਾਅਦ ਉਹਨੂੰ ਮਿਲਣ ਜਾਂਦਾ ਸੀ। ਪਤਾ ਨਹੀਂ ਮੇਰੇ ਅੰਦਰ ਕੀ ਉੱਠਦਾ ਸੀ। ਮੈਂ ਕਿਤਾਬਾਂ ਲੈ ਕੇ ਆਉਂਦਾ ਸੀ 2 ਪੜ੍ਹਨ ਵਾਸਤੇ, ਮੈਂ ਪੜ੍ਹਦਾ ਰਹਿੰਦਾ ਸੀ। 21 ਦਿਨਾਂ ਬਾਅਦ ਫਿਰ ਮੈਂ ਉਹਦੇ ਕੋਲ ਇੱਕ ਰਾਤ ਲੈ ਕੇ ਆਉਣਾ। ਬਸ ਜਿਹਨੂੰ ਪਾਗਲਪਨ ਸੀ। ਫਿਰ ਉਹ ਆਦਮੀ ਜਿਸ ਵੇਲੇ ਬਿਮਾਰ ਹੋ ਗਿਆ ਤੇ ਉਹ ਬਹੁਤਾ ਸਿਆਣਾ ਆਦਮੀ ਸੀ, ਬਹੁਤਾ ਬੇਹੱਦ ਸਿਆਣਾ ਸੀ, ਹੱਦੋਂ ਵੱਧ। ਤੇ ਫਿਰ ਉਹ ਉਸ ਵੇਲੇ ਬਸ ਜਿਸ ਤਰ੍ਹਾਂ ਉਹ ਮਹੀਨੇ 'ਚ ਮਰਿਆ ਹੌਲੀ ਹੌਲੀ ਕਰਕੇ, ਉਹਦੀ ਕੁੜੀ ਰੋਜ਼ ਮੈਂ 10 ਵਜੇ ਪੁੱਛਦਾ ਹੁੰਦਾ ਸੀ ਵੀ ਅੱਜ ਕੀ ਹਾਲ ਹੈ। ਉਹ ਦੱਸਦਾ ਹੁੰਦਾ ਸੀ। ਵੈਸੇ ਕੀ ਕਰੀਏ, ਮੈਂ ਰੋਂਦਾ ਫਿਰ ਉਹਦੀ ਗੱਲ ਸੁਣ ਕੇ, ਦੱਸੀ ਨਹੀਂ ਆ ਸਕਦੀ। ਉਹ ਕਹਿੰਦਾ ਸੀ, ਉਹਨੇ ਕੁੜੀ ਨੂੰ ਕਹਿੰਦਾ ਸੀ ਪ੍ਰੇਮ ਨੂੰ ਬੁਲਾ ਲੈ ਵੀ ਮੇਰਾ ਮਰਨਾ ਸੌਖਾ ਹੋ ਜਾਊਗਾ। ਉਹ ਮੇਰੇ ਕੋਲ ਆ ਜਾਵੇ, ਇੰਨਾ ਵਿਸ਼ਵਾਸ ਸੀ ਉਹਨੂੰ ਮੇਰੇ ਕੋਲ। ਪਰ ਮੇਰੇ ਅੰਦਰ ਆਪ ਵਹਿਮ ਪੈ ਗਿਆ ਸੀ। ਵਹਿਮ, ਆਦਮੀ ਵਹਿਮੀ ਹੋ ਜਾਂਦਾ। ਮੈਨੂੰ ਵਹਿਮ ਲੱਗਿਆ ਵੀ ਮੈਂ ਜਾਂਦਾ ਜਾਂਦਾ ਮਰ ਜਾਊਂਗਾ। ਜਦੋਂ ਬਿਮਾਰ ਹੋਇਆ ਨਾ, ਮੇਰੇ ਅੰਦਰ ਵੀ ਬਿਮਾਰੀ ਪੈਦਾ ਹੋ ਗਈ। ਮਤਲਬ ਮੈਂ ਬਚਣਾ ਨਹੀਂ ਹੋਣਾ, ਜੇ ਇਹ ਨਹੀਂ ਬਚਦਾ ਮੈਂ ਨਹੀਂ ਬਚਦਾ। ਫਿਰ ਮੇਰੇ ਮਨ 'ਚ ਐਂ ਡਰ ਲੱਗਿਆ, ਮੈਂ ਨਾ ਜਾਊਂਗਾ। ਇੱਕ ਦਿਨ ਮੈਂ ਚੱਕ ਕੇ ਤੁਰ ਪਈ, ਬੈਗ ਚੱਕ ਕੇ ਤੁਰ ਪਿਆ। ਜਦ ਮੈਂ ਗਿਆ ਨਾ ਮੋੜ 'ਤੇ, ਮੇਰਾ ਜੀ ਘਬਰਾਉਣ ਲੱਗਾ ਵੀ ਮੈਂ ਨਹੀਂ ਜਾ ਸਕਦਾ, ਮੈਂ ਬੱਸ 'ਚ ਨਹੀਂ ਬੈਠ ਸਕਦਾ। ਮੇਰੇ ਦਿਮਾਗ 'ਚ ਕੀ ਗੱਲ ਬੈਠ ਗਈ ਵੀ ਮੈਂ ਬੱਸ 'ਚ ਬੈਠੂੰਗਾ, ਬੱਸ ਤੋਂ ਰੁਕੂਗੀ, ਫਿਰ ਗਾਹਾਂ ਜਾ ਕੇ ਨਾ ਉਹ ਜਾ ਕੇ ਇੱਕ ਰੋਪੜ ਦੇ ਨੇੜੇ ਗਿਆ, ਰੋਪੜ ਆਊ, ਰੋਪੜ ਦੇ ਨੇੜੇ ਮੈਂ ਉਹ ਜਿਹੜੀ ਬੱਸ ਸਟੂਡੈਂਟ ਉਹ ਗੱਬੇ ਥਾਂ ਹੁੰਦੀ ਹੈ ਨਾ, ਵੀ ਉਸ ਥਾਂ 'ਤੇ ਡਿੱਗ ਪੈਣਾ ਮੈਂ ਮੂੰਹ ਪਾਨੇ। ਇਹ ਰੋਪੜ ਜਾ ਕੇ ਮਰ ਜਾਣਾ ਮੈਂ। ਪਤਾ ਨਹੀਂ ਕਿਆ ਮਰ ਸੀ, ਰੋਪੜ ਜਾ ਕੇ ਮਰਨਾ, ਰੋਪੜ ਜਾ ਕੇ ਮਰ ਜਾਣਾ। ਉਹਦੀ ਵੀ ਇਹੋ ਜਿਹੀਆਂ ਗੱਲਾਂ ਆਉਂਦੀਆਂ ਸੀਗੀਆਂ, ਸੁਣਦਾ ਸੀ ਮੈਂ, ਅਤੇ ਮੇਰੇ ਦਿਮਾਗ 'ਚ ਵੀ ਇਹੋ ਜਿਹੇ ਭੂਤ ਪੈਣ ਲੱਗ ਗਏ ਮੌਤ ਦੇ। ਅਤੇ ਫਿਰ ਮੈਂ ਬਹੁਤ ਘਬਰਾਇਆ। ਮੈਂ ਕਿਹਾ ਜਾਣਾ ਤਾਂ ਚਾਹੀਦਾ ਉਹਦੇ ਕੋਲ, ਆਪਣੀ ਵੀ ਮੌਤ ਹੀ ਹੈ। ਫਿਰ ਤਾਂ ਮੈਂ ਕਿਹਾ ਦੋਏ ਮਰਨਗੇ ਨਾ। ਚਲੋ ਮੈਂ ਜਵਾਬ ਦੇ ਦਿੰਦਾ ਉਹਨੂੰ। ਫਿਰ ਮੈਂ ਜਵਾਬ ਦਿੱਤਾ, ਮੈਂ ਕਿਹਾ ਕੁੜੀ ਨੂੰ ਕਹਿ ਦਿੱਤਾ ਵੀ ਕਹਿ ਦੇ ਮੈਂ ਆਪ ਬਿਮਾਰ ਹਾਂ। ਅੱਛਾ। ਫਿਰ ਕਹਿ ਦਿੱਤਾ ਉਹਨੇ, ਚੁੱਪ ਕਰ ਗਿਆ। ਉਹ ਮੇਰੇ ਬਿਨਾਂ ਮਰਨਾ ਨਹੀਂ ਸੀ ਚਾਹੁੰਦਾ, ਮੈਨੂੰ ਮੇਰੇ ਬਿਨਾਂ ਦਿੱਤਾ ਸੁਝਾਇਆ ਨਹੀਂ ਗਿਆ। ਹਾਂ, ਉਹ ਸੋਚ ਰਿਹਾ ਜ਼ਿੰਦਗੀ ਬਹੁਤ ਉਹਨੇ ਪਤਾ ਕੀ ਕਿਹਾ, ਬਹੁਤ ਦੁੱਖ ਦੀ ਗੱਲ ਕਹੀ। ਕਹਿੰਦਾ ਪ੍ਰੇਮ ਜੀ ਆ ਜਾਊਗਾ ਤੇ ਮੇਰਾ ਮਰਨਾ ਸੌਖਾ ਹੋ ਜਾਊਗਾ। ਇੰਨਾ ਯਾਨੀ ਮੇਰਾ ਜਾਨ ਨਿਕਲਣੀ ਸੌਖੀ ਹੋ ਜਾਣੀ ਹੈ। ਇਹਦੀ ਗੱਲ ਕਹਿਣੀ ਬਹੁਤ ਔਖੀ ਸੀ। ਫਿਰ ਉਹਨੇ ਇੱਕ ਅਖੀਰ 'ਚ ਆਪਣੀ ਕੁੜੀ ਨੂੰ ਕਿਹਾ ਮੈਂ ਚੱਲਿਆ, ਤੇ ਕੋਈ ਰਸਮ ਨਹੀਂ ਕਰਨੀ, ਕੁਛ ਨਹੀਂ ਕਰਨਾ, ਫੁੱਲ ਵੀ ਨਹੀਂ ਲਿਆਉਣੇ, ਸਭ ਕੁਛ ਉਹ ਸਿੱਟ ਜਾਣਾ। ਉਹ ਕੁੜੀ ਨੇ ਇਸੇ ਤਰ੍ਹਾਂ ਕਿਸੇ ਨਾਲ ਨਹੀਂ ਲੈ ਕੇ ਜਾਣਾ, ਕਿਸੇ ਨੇ ਬੁਲਾਉਣਾ ਨਹੀਂ ਹੈ। ਮੈਨੂੰ ਉਹਨੇ ਇਤਲਾਹ ਤਾਂ ਦਿੱਤੀ ਸਵੇਰੇ ਵੀ ਗਿਆ। ਮੈਂ ਕਿਹਾ ਠੀਕ ਹੈ। ਉਹ ਗੱਡੀ 'ਚ ਗਈ, ਗੱਡੀ ਲਿਆਂਦੀ,
ਉਹਨਾਂ ਦੀ ਗੱਡੀ ਹੁੰਦੀ ਆ ਜਾਂਦੀ ਹੈ, ਉਹ ਲੈ ਕੇ ਜਾ ਕੇ ਉੱਥੇ ਉੱਥੇ ਜਿਹੜੀ ਬਿਜਲੀ ਵਾਲੀ ਹੁੰਦੀ ਹੈ ਉਹ ਚਪਾਈ ਪਾ ਕੇ ਪਰਲੇ ਪਾਸੇ ਸੁਆਹ ਇੰਨੀ ਲਿਫਾਫੇ 'ਚ ਪਾ ਕੇ ਫੜਾ ਹੁੰਦੇ ਨੇ, ਲਿਫਾਫੇ 'ਚ ਪਾਈ ਜਾ ਕੇ ਇਹਨੇ ਉਹ ਲਿਫਾਫਾ ਵੀ ਘਰ ਨਹੀਂ ਲੈ ਕੇ ਗਈ। ਉੱਥੇ ਰਾਹ ਦੇ ਵਿੱਚ ਕੋਈ ਸੂਆ ਚੱਲਦਾ ਸੀ, ਸੂਏ ਛੱਡੀ ਖਤਮ। ਕੋਈ ਮੀਟਿੰਗ ਨਹੀਂ ਕੀਤੀ, ਕੋਈ ਸੌਗ ਨਹੀਂ। ਇੱਕ ਗੁਲਜ਼ਾਰ ਸੰਧੂ ਨੇ ਮਾੜੀ ਜੀ 1-2-3 ਦੋਸਤ ਬੁਲਾ ਕੇ ਇਕੱਠੇ ਕੀਤੇ, ਉਹਨੂੰ ਸੋਗ ਸਮਾਂ ਛੁਪਾਤਾ ਵੀ 4 ਆਦਮੀ ਇਕੱਠੇ ਹੋਇਆ ਸੀ, ਸ਼ੋਕ ਕੀਤਾ, ਸ਼ੋਕ ਸਭਾ ਹੋਈ। ਉਹ ਤਾਂ ਇਹ ਵੀ ਕਹਿੰਦਾ ਸੀ ਵੀ ਨਾ ਕਰਿਓ। ਔਰ ਚਲੋ ਆਦਮੀ ਦੀ ਆਪਣੇ ਗੁਲਜ਼ਾਰ ਦੀ ਆਪਣੀ ਮਰਜ਼ੀ ਹੈ। ਮੈਂ ਦੱਸਿਆ ਨਾ ਉਸ ਜ਼ਮਾਨੇ 'ਚ ਮੈਂ 2 ਮਹੀਨੇ ਬਿਮਾਰ ਰਿਹਾ ਬਹੁਤ। ਮੈਂ ਸਗੋਂ ਮੇਰਾ ਨਾ ਦਿਲ ਹਰ ਵਕਤ ਘਬਰਾ ਰਹਿੰਦਾ ਸੀ, ਮੈਂ ਗੋਲੀਆਂ ਬਹੁਤ ਖਾਂਦਾ ਸੀ। ਅੱਛਾ ਵਕਤ ਦੀ ਗੱਲ ਹੈ, ਵਕਤ ਦੀ ਗੱਲ ਕਿ ਉਹਦੀ ਮੌਤ ਗਾਹਾਂ ਜਾਈ ਪਿੱਛੇ ਪਈ ਗਈ, ਦੂਰ ਜਾਈ ਗਈ ਅਤੇ ਮੇਰੀ ਸਿਹਤ ਥੋੜ੍ਹੀ ਠੀਕ ਹੋਣ ਲੱਗ ਗਈ। ਹੁਣ ਤਾਂ ਮੈਂ ਕਈ ਵਾਰ ਹੈਰਾਨ ਹੁੰਦਾ, ਮੈਂ ਹੱਸਦਾ ਹੁੰਦਾ ਵੀ ਐਸਾ ਵੀ ਹੋ ਸਕਦਾ। ਮੈਂ ਹੁਣ ਪਿਛਲੇ 4 ਮਹੀਨਿਆਂ ਤੋਂ ਐਨਕ ਤੋਂ ਬਿਨਾਂ ਪੜ੍ਹਦਾ। ਅੱਛਾ ਐਨਕ ਅਖਬਾਰ ਪੜ੍ਹਦਾ ਅੰਗਰੇਜ਼ੀ ਦੇ ਐਨਕ ਦੇ ਬਿਨਾਂ। ਇੰਨੀ ਇਹ ਕੀ ਹੋ ਗਿਆ ਅੱਖਾਂ ਨੂੰ? ਹਾਂ ਸਾਰੀ ਉਮਰ ਐਨਕ ਲਾਈ ਹੈ। ਹੁਣ ਮੈਂ 3 ਮਹੀਨੇ ਤੋਂ ਲਾਈ ਹੋਣੀ। ਅੱਛਾ ਅੱਜ ਲਾਈ ਹੈ, ਇਹਦੀ ਕਰ ਇੱਥੇ ਪਈ। ਮਿਸਟਰੀਆਂ ਨੇ, ਜ਼ਿੰਦਗੀ ਬਹੁਤ ਮਿਸਟਰੀਆਂ ਨਾਲ ਭਰੀ ਪਈ ਹੈ। ਇਸੇ ਤਰ੍ਹਾਂ ਹੀ ਮੈਂ ਕਹਾਣੀ ਬਾਰੇ ਕਹਿੰਦਾ ਵੀ ਕਹਾਣੀ ਵੀ ਲਿਖਣਾ ਜਿਹੜਾ ਨਾ ਹੋਰ ਕੀ ਹੈ, ਇਹ ਵੀ ਮੇਰਾ ਇਹੋ ਜਿਹਾ ਹੀ ਅਮਲ ਹੈ। ਇਹੋ ਜਿਹੀ ਸੀਗਾ ਵੀ ਜਿਹਦੇ ਨਾਲ ਵੀ ਬੈਠੇ ਤੀਰ ਤੁੱਕੇ ਨਹੀਂ, ਜੋ ਕੋਈ ਚੱਲ ਗਿਆ ਕੋਈ ਚੱਲ ਨਹੀਂ ਚੱਲਿਆ। ਸੁਰਜੀਤ ਬਹੁਤ ਸਿਆਣਾ ਆਦਮੀ ਸੀ, ਲੇਕਿਨ ਫਿਰ ਵੀ ਉਹਦੀ ਨੂੰ ਕਿਸੇ ਨੇ ਉਹਨੂੰ ਕੋਈ ਸ਼ਾਇਰ ਨਹੀਂ ਮੰਨਦਾ। ਉਹਨੇ ਜਿਹੜੀਆਂ ਕਿਤਾਬਾਂ ਲਿਖੀਆਂ, ਉਹਨੇ ਕਿਤਾਬਾਂ ਪੋਇਟਰੀ ਦੀਆਂ 20 ਲਿਖੀਆਂ। ਉਹਨਾਂ ਨੂੰ ਆਲੋਚਕ ਜ਼ਿਆਦਾ ਮੰਨਦੇ, ਉਹਨੂੰ ਆਲੋਚਕ ਮੰਨਦੇ ਨੇ, ਲੇਕਿਨ ਉਹਨੂੰ ਸ਼ਾਇਰ ਨਹੀਂ ਮੰਨਦਾ। ਹਾਲਾਂਕਿ ਉਹ ਕਹਿੰਦਾ ਸੀ, ਉਹਦੇ ਕੋਲ ਬੜੀ ਗੱਲ ਸੀ ਵੀ ਜਿਹੜੀ ਅਸੀਂ ਹੱਸਦੇ ਹੁੰਦੇ ਸੀ। ਉਹ ਕਹਿੰਦਾ ਸੀ ਪੰਜਾਬੀ 'ਚ ਕੋਈ ਸ਼ਾਇਰ ਨਹੀਂ ਹੈ। ਅੱਛਾ ਪੰਜਾਬੀ ਸ਼ਾਇਰ ਹੈ ਇੱਕ ਬਾਬਾ ਨਾਨਕ। ਫਿਰ ਮੈਂ ਉਹਨੂੰ ਮਖੌਲ ਕਰਦਾ ਸੀ, ਮੈਂ ਕਹਿੰਦਾ ਹਾਂ ਇੱਕ ਬਾਬਾ ਨਾਨਕ ਹੈ, ਇੱਕ ਤੂੰ ਹੈ। ਇੱਕ ਤੂੰ ਹੈ, ਇੱਕ ਬਾਬਾ ਨਾਨਕ, ਇੱਕ ਤੂੰ ਹੈ, ਦੋਏ ਸ਼ਾਇਰ ਹੋਏ, ਹੋਰ ਕੋਈ ਸ਼ਾਇਰ ਨਹੀਂ ਹੈ। ਔਰ ਸੱਚਾਈ ਤਾਂ ਇਹ ਸੀ ਵੀ ਸੁਰਜੀਤ ਨੂੰ ਕਿਸੇ ਨੇ ਸ਼ਾਇਰ ਨਹੀਂ ਮੰਨਣਾ, ਭੁੱਲ ਜਾਣਗੇ ਸਭ ਵੀ ਸੁਰਜੀਤ ਹਾਂਸ ਵੀ ਕੋਈ ਸ਼ਾਇਰ ਸੀ। ਵਾਕਈ ਨਹੀਂ ਪਤਾ। ਉਹਦੇ ਜਿਹੜੀ ਕੀ ਨਾ ਉਹ ਮੁਕਤਸਰ ਦੀ ਹੈ ਸ਼ਾਇਰਾ, ਕਵਿਤਰੀ ਹੈ, ਕੀ ਨਾਂ ਮੈਂ ਨਾਂ ਭੁੱਲ ਗਿਆ। ਅੱਛਾ ਉਹ ਭੁਪਿੰਦਰਪ੍ਰੀਤ। ਹਾਂ ਭੁਪਿੰਦਰਪ੍ਰੀਤ ਨੇ ਇੱਕ ਪਹਿਲੀ ਕਿਤਾਬ ਛਪਾਈ, ਮੈਨੂੰ ਵੀ ਦਿੱਤੀ, ਸੁਰਜੀਤ ਨੂੰ ਵੀ ਦਿੱਤੀ। ਔਰ ਸੁਰਜੀਤ ਨੂੰ ਕਿਹਾ ਵੀ ਰਿਵਿਊ ਕਰ ਦੇ, ਲਕੀਰ ਨਿਕਲਦਾ ਸੀ ਉਹਦਾ। ਸੁਰਜੀਤ ਰਿਵਿਊ ਸਾਰੇ ਸੁਰਜੀਤ ਕਰਦਾ ਸੀ, ਮੈਂ ਨਹੀਂ ਸੀ ਕਰਦਾ। ਮੈਂ ਸਾਰੀਆਂ ਪੋਇਟਰੀ ਦੀਆਂ ਕਿਤਾਬਾਂ ਉਹਨੂੰ ਭੇਜਦਾ ਸੀ, ਬਾਕੀਆਂ ਤੇ ਮੈਂ ਕਰਾਉਂਦਾ ਸੀ ਅਤੇ ਉਹ ਉਹਨੂੰ ਭੇਜ ਦੇਣਾ। ਉਹਨੇ ਫਿਰ ਇੱਕ ਸਤਰ ਦਾ ਕੀਤਾ। ਅੱਛਾ ਨਹੀਂ ਮੁਹਤਾਜ ਜ਼ੇਵਰ ਕਾ ਜਿਸੇ ਖੂਬੀ ਖੁਦਾ ਨੇ ਦੀ। ਵਾਹ ਵੀ ਜਿਹਨੂੰ ਰੱਬ ਨੇ ਰੂਪ ਦੇ ਦਿੱਤਾ ਉਹਨੂੰ ਕੀ ਲੋੜ ਹੈ ਸ਼ਾਇਰੀ ਕਰਨ। ਇਹਨਾਂ ਰਿਵਿਊ ਕੀਤਾ, ਇੱਕ ਸਤਰ। ਅੱਛਾ ਨਹੀਂ ਮੁਹਤਾਜ ਜ਼ੇਵਰ ਕਾ। ਪਰ ਇਹ ਵੀ ਬਹੁਤ ਤਗੜਾ ਰਿਵਿਊ ਆ। ਸੁਰਜੀਤ ਹਾਂਸ ਤੋਂ ਲਕੀਰ 'ਚ ਰਿਵਿਊ ਹੋ ਜਾਣਾ ਬੜਾ ਵੱਡੀ ਪ੍ਰਾਪਤੀ ਹੁੰਦੀ ਸੀ ਲੇਖਕ ਦੀ, ਕਿਸੇ ਵੀ ਲੇਖਕ ਦੀ। ਇਹੀ ਤਾਂ ਉਹਦੀ ਕਮਾਲ ਰਿਵਿਊ ਦਾ। ਰਿਵਿਊ ਉਹਦੇ ਇੱਕ ਕਿਤਾਬ 'ਚ ਵੀ ਕਿਸੇ ਨੇ ਛਾਪੇ, ਪਤਾ ਨਹੀਂ ਕਿਸੇ ਨੇ ਇਕੱਠੇ ਕੀਤੇ ਹੋਏ ਸੀਗੇ। ਉਹਦੇ ਕਹਿੰਦੇ ਰਿਵਿਊ ਪੜ੍ਹਨ ਵਾਲੇ ਨੇ। ਲਕੀਰ ਮੈਂ ਪਰਚੀਆਂ ਬਾਰੇ ਕਹਿੰਦਾ ਹੁੰਦਾ, ਮੈਂ ਕਿਹਾ ਇਹ ਇੱਕ ਵਕਤ ਦੀ ਲੋੜ ਸੀ ਮੇਰੀ ਆਪਣੀ। ਮੇਰੇ ਅੰਦਰ ਬਹੁਤ ਕੁਛ ਇਹੋ ਜਿਹੀ ਗੱਲਾਂ ਸੀ, ਕੁਛ ਛਪਣਾ ਚਾਹੀਦਾ, ਕੋਈ ਡਿਫਰੈਂਟ ਛਪਣਾ ਚਾਹੀਦਾ। ਤੁਸੀਂ ਜ਼ਿੰਦਗੀ ਨੂੰ ਇਹਨਾਂ ਨੇ ਬਹੁਤ ਸੀਮਤ ਜੀ ਕਰ ਲਿਆ। ਸਾਹਿਤ ਬਾਰੇ ਜਿਹੜੀ ਚੀਜ਼ਾਂ ਛਾਪੀ ਜਾਂਦੀਆਂ, ਆਹ ਛਾਪੋ ਆਹ ਛਾਪੋ, ਅਤੇ ਮੈਂ ਕਿਹਾ ਬਹੁਤ ਕੁਛ ਗੱਲਾਂ ਛਾਪਣੀ। ਮੈਂ ਫਿਰ ਉਹ 'ਚ ਬਹੁਤ ਵਿਸ਼ੇਸ਼ ਅੰਕ ਕੱਢੇ। ਜਿਸ ਤਰ੍ਹਾਂ ਮੈਂ ਧਰਮ ਬਾਰੇ ਵੀ ਵਿਸ਼ੇਸ਼ ਅੰਕ ਕੱਢਿਆ, ਮੈਂ ਭਾਸ਼ਾ ਬਾਰੇ ਵੀ ਕੱਢਿਆ, ਮੈਂ ਜਾਤਾਂ ਬਾਰੇ ਵੀ ਕੱਢਿਆ, ਪੰਜਾਬ ਦੀਆਂ ਜਾਤਾਂ ਬਾਰੇ। ਮੈਂ ਲੇਖਕਾਂ ਦੀਆਂ ਜਾਤਾਂ ਛਾਪੀਆਂ ਸਾਰੀਆਂ। ਛਾਪੀਆਂ ਤੁਸੀਂ? ਤੁਸੀਂ ਪੁੱਛਦਾ ਐਵੇਂ ਕਹੀ ਜਾਣਾ ਫਲਾ ਸੁਨਿਆਰਾ ਫਲਾਣਾ। ਤੁਸੀਂ ਊਂ ਤਾਂ ਅਸੀਂ ਜਾਤਾਂ ਨੂੰ ਨਗੇਟ ਕਿਵੇਂ ਕਰ ਸਕਦੇ ਹਾਂ? ਭਾਈ ਜਾਤਾਂ ਹੈਗੀਆਂ,
ਔਰ ਹਰੇਕ ਜਾਤ ਦਾ ਆਪਣਾ ਸਬ ਕਲਚਰ ਵੀ ਹੁੰਦਾ ਹੈ। ਮੈਂ ਕਹਿੰਦਾ ਸਬ ਕਲਚਰ ਹੈ, ਜੱਟਾਂ ਦਾ ਹੋਰ ਕਲਚਰ ਹੈ, ਸਬ ਕਲਚਰ। ਇਸ ਲਈ ਮਹਾਜਰਾਂ ਦਾ ਕਲਚਰ ਹੋਰ ਹੈ, ਬ੍ਰਾਹਮਣਾਂ ਦਾ ਹੋਰ ਹੈ, ਸੁਨਿਆਰਾਂ ਦਾ ਹੋਰ ਹੈ, ਸਭ ਦੇ ਆਪਣੇ ਆਪਣੇ ਸਬ ਕਲਚਰ ਸੀ। ਉਸ ਵੇਲੇ ਆਹ ਗਲਤ ਲਿਖ ਰਹੇ ਸੀਗੇ ਇਕੱਠੇ ਹੋ ਕੇ, ਗਰੁੱਪ ਬਣ ਕੇ। ਉਹ ਮੈਂ ਕਹਿੰਦਾ ਸੀ ਵੀ ਤੁਸੀਂ ਜੇ ਗਰੁੱਪ ਬਣ ਕੇ ਰਹੋਗੇ ਨਾ, ਲਿਖੋਗੇ, ਤੁਸੀਂ ਕੁਛ ਨਹੀਂ ਲਿਖੋਗੇ। ਇਹ ਇੱਜੜ ਬਣ ਕੇ ਨਹੀਂ, ਇੱਜੜ ਮੈਂ ਲਫ਼ਜ਼ ਇਸਤੇਮਾਲ ਕਰਦਾ, ਗੰਦਾ ਲਫ਼ਜ਼। ਬਸ ਸਾਡੇ ਪਿੰਡ 'ਚ ਕਹਿੰਦੇ ਆ ਅਸੀਂ ਡੰਗਰਾਂ 'ਚ, ਜਿਹੜਾ ਨਾ ਬਹੁਤ ਸਾਰੇ ਡੰਗਰ ਛੱਡੇ ਜਾਂਦੇ ਨਾ, ਅਸੀਂ ਉਹਨੂੰ ਇੱਜੜ ਕਹਿੰਦੇ ਹਾਂ, ਵੱਗ। ਇਹ ਵੱਗ ਹੈ ਜਿਹੜਾ ਨਾ, ਤੁਸੀਂ ਵੱਗ ਬਣ ਕੇ ਨਹੀਂ ਲਿਖਿਆ ਗਿਆ। ਜੇ ਤੁਸੀਂ ਲਿਖੋ ਸਭ ਮਾੜਾ, ਇਸ ਲਈ ਦਲਿਤ ਸਾਹਿਤ ਜਿੰਨਾ ਲਿਖਿਆ ਗਿਆ ਉਹ ਸਾਰਾ ਮਾੜਾ। ਜਿਹੜਾ ਤੁਸੀਂ ਆਪਣੇ ਆਪ ਤੇ ਵਲਗਣ ਲਾ ਲਈ ਨਾ ਵੀ ਤੁਸੀਂ ਇਸ ਪਾਸੇ ਬਹਿ ਕੇ ਲਿਖਣਾ ਹੈ, ਉਹਨੇ ਆਪਣੇ ਆਪ ਨੂੰ ਬੰਨ ਲਿਆ। ਇਹ ਬੰਨ੍ਹੇ, ਤੁਸੀਂ ਆਜ਼ਾਦ ਹੋ, ਖੁੱਲੋ, ਬੰਨਣ ਤੋੜੋ ਵੀ ਅਸੀਂ ਹੋਰ ਵੀ ਕੁਛ ਲਿਖਣਾ ਹੈ, ਹੋਰ ਕੁਛ ਕਰਨਾ ਹੈ। ਫਿਰ ਹੁਣ ਅਸੀਂ ਕਹੀਏ ਹੁਣ ਦਲਿਤਾਂ ਦੀ, ਮੈਂ ਕਿਹਾ ਮੈਨੂੰ ਕਹਿੰਦੇ ਤੁਸੀਂ ਨਹੀਂ ਦਲਿਤਾਂ ਬਾਰੇ ਲਿਖਦੇ। ਮੈਂ ਕਿਹਾ ਮੈਂ ਦਲਿਤ ਹਾਂ, ਮੈਨੂੰ ਤਜਰਬਾ ਹੀ ਨਹੀਂ ਹੈ। ਇਹ ਤੁਹਾਡੇ ਅਹਿਸਾਸ ਨੇ, ਤੁਸੀਂ ਲਿਖੀ ਜਾਂਦੇ ਹੋ। ਅੱਛਾ, ਜੇ ਤੁਸੀਂ ਆਹੀ ਕੁਛ ਲਿਖਿਆ, ਇਹੀ ਕੁਛ ਨਹੀਂ। ਜਦ ਤੁਸੀਂ ਕਹਾਣੀ ਲਿਖਦੇ ਹੋ ਫਿਰ ਦਲਿਤਾਂ, ਉਹ ਕਹਾਣੀਆਂ ਦੇ ਵਿੱਚ ਤੁਸੀਂ ਕੰਪੈਰੀਜ਼ਨ ਕਰਦੇ ਹੋ ਸਵਰਨਾਂ ਦੇ ਨਾਲ। ਇੱਕ ਕਰੈਕਟਰ ਤੁਹਾਡਾ ਸਵਰਨ ਵੀ ਆਉਂਦਾ ਹੈ। ਜੇ ਤੁਸੀਂ ਸਵਰਨ ਨੂੰ ਨਹੀਂ ਸਮਝ ਸਕਦੇ ਤੇ ਉਹਦੇ ਨੂੰ ਸਮਝਣ ਕਿੱਥੇ ਲੱਗ ਜਾਓਗੇ? ਦੋਹਾਂ ਨੂੰ ਸਮਝੋ ਤਾਂ ਤੁਹਾਡੀ ਅੰਡਰਸਟੈਂਡਿੰਗ ਪੈਦਾ ਹੋ ਸਕਦੀ ਹੈ, ਤਾਂ ਤੁਸੀਂ ਚੰਗਾ ਲਿਖ ਸਕਦੇ ਹੋ। ਨਹੀਂ ਤਾਂ ਤੁਸੀਂ ਇਹ ਕਹਿ ਦਿਓ ਵੀ ਦੁੱਖ ਹੈ, ਭਾਈ ਦੁੱਖ ਹੈ। ਮੈਂ ਤਾਂ ਦੁੱਖ ਲਿਖਦਾ ਨਹੀਂ, ਕਿਉਂਕਿ ਮੈਨੂੰ ਦੁੱਖ ਹੁੰਦਾ ਹੀ ਨਹੀਂ ਹੈ। ਮੈਨੂੰ ਥੋੜ੍ਹ ਨਹੀਂ ਹੈ ਕੋਈ, ਕਿਉਂਕਿ ਮੈਂ ਦੇਖੀ ਹੋ ਨਹੀਂ ਥੋੜ੍ਹ ਜ਼ਿੰਦਗੀ 'ਚ, ਮਹਿਸੂਸ ਨਹੀਂ ਕੀਤੀ। ਉਹ ਜਿੰਨਾ ਚਿਰ ਮਹਿਸੂਸ ਨਾ ਕਰੂ ਬੰਦਾ, ਉਹ ਲਿਖੂ ਕਿੱਦਾਂ? ਹਾਂ, ਕੀ ਕਰੀਏ। ਮੈਂ ਤਾਂ ਜੋ ਕੁਛ ਮੇਰੇ ਕੋਲ ਬੀਤੀ ਹੈ, ਇੱਕ ਮੇਰੀ ਜ਼ਿੰਦਗੀ ਬਹੁਤ ਅੱਛੀ, ਜਿਹੜੀ ਮੈਨੂੰ ਲਕੀਰ ਕੱਢਣ ਤੋਂ ਬਾਅਦ ਔਰਤਾਂ ਦੀ ਦੋਸਤੀ ਮਿਲੀ, ਬਹੁਤ ਅੱਛੀ, ਬੜੀ ਅੱਛੀ। ਅਸੀਂ ਬੜੀਆਂ ਬਹਿਸਾਂ ਕੀਤੀਆਂ ਔਰਤ ਨੂੰ ਸਮਝਣ ਵਾਸਤੇ। ਅਸੀਂ ਇੱਕ ਕਮਰੇ ਦੇ ਵਿੱਚ ਬੈਠ ਕੇ ਨਾ, ਅਸੀਂ 5-6 ਔਰਤਾਂ ਡਿਸਕਸ਼ਨ ਕਰਦੀਆਂ ਹੁੰਦੀਆਂ ਸੀ। ਉਹਨਾਂ ਨੂੰ ਸਮਝਣ ਖਾਤਰ ਜੋ ਗੱਲਾਂ ਸੁਣਦਾ ਸੀ ਮੈਂ, ਉਹ ਹੈਰਾਨ ਹੋ ਗਿਆ ਸੀ। ਕਿਉਂਕਿ ਅਸੀਂ ਤਾਂ ਇੱਕ ਲੀਕ ਪਾਈ ਹੋਈ ਹੈ ਵੀ ਆਦਮੀ ਬੈਠਣੇ ਆ, ਇੱਥੇ ਤੀਵੀਆਂ ਬੈਠਣੀਆਂ, ਜਨਾਨਾ ਡੱਬਾ। ਮੈਂ ਇਸ ਨੂੰ ਤੋੜਨਾ ਚਾਹੁੰਦਾ ਸੀ, ਇਹ ਵਿੱਚੇ ਹੋਣ ਸਾਡੇ, ਅਸੀਂ ਇਕੱਠੇ ਹੋਈਏ। ਵੈਸੇ ਤੀਵੀਆਂ ਬਹੁਤ ਸੋਹਣੀਆਂ ਗੱਲਾਂ ਕਰੇ, ਬੜੀਆਂ ਸਿਆਣੀਆਂ ਗੱਲਾਂ ਕਰਦੀਆਂ ਸੀ, ਤੇ ਉਹ ਮੈਂ ਛਾਪੀਆਂ ਵੀ, ਲਕੀਰ ਛਾਪਦਾ ਰਿਹਾ, ਤੇ ਮੈਨੂੰ ਬੜਾ ਗਿਆਨ ਮਿਲਿਆ ਉਹਨਾਂ 'ਚ ਰਹਿ ਕੇ। ਫਿਰ ਪਿਆਰ ਦਾ ਵੀ ਅਹਿਸਾਸ ਹੁੰਦਾ ਹੈ, ਆਖਰ ਅਸੀਂ ਦੋਸਤਾਂ ਨਾਲ ਪਿਆਰ ਕਰਦੇ ਹਾਂ, ਤੇ ਉੱਥੇ ਔਰਤਾਂ ਵੀ ਤਾਂ ਦੋਸਤ ਹੋ ਸਕਦੀਆਂ, ਉਹਨਾਂ ਨਾਲ ਵੀ ਮੁਹੱਬਤ ਹੁੰਦੀ ਹੈ, ਉਹਨਾਂ ਨੂੰ ਵੀ ਮਿਲਦੇ ਹਾਂ ਅਸੀਂ। ਉਹ ਵੀ ਇੱਕ ਨਵੇਂ ਜਜ਼ਬੇ ਪੈਦਾ ਹੁੰਦੇ ਨੇ ਸਾਡੇ ਅੰਦਰ। ਨਹੀਂ ਤਾਂ ਆਦਮੀ ਜੇ ਕਹੀਏ ਵੀ ਇਹਦਾ ਇੱਕ ਦੀਵਾ ਕੰਧ ਬਣਾ ਕੇ ਬੈਠੇ ਹੋਏ ਹੋ ਤੁਸੀਂ, ਕਹਿੰਦਾ ਮੈਂ ਨਹੀਂ ਡਰਦਾ ਕਿਸੇ ਦੇ ਕਹਿਣ ਤੋਂ। ਮੈਂ ਕਹਿੰਦਾ ਕਹੇ ਅਗਲਾ ਜੋ ਮਰਜ਼ੀ ਕਹੇ, ਤੁਸੀਂ ਆਪਣੀ ਮਰਜ਼ੀ ਕਰੋ, ਜੋ ਮਰਜ਼ੀ ਕਹੇ ਕੋਈ।